ਹੁਣ ਅਸੀਂ ਤੁਹਾਡੇ ਸਾਹਮਣੇ ਆਪਣੀ ਨਾਟਕੀ ਪੇਸ਼ਕਾਰੀ ਸ਼ੁਰੂ ਕਰਨ ਜਾ ਰਹੇ ਹਾਂ। ਮੇਰੀ ਖਿੜੀ ਰਹੇ ਗੁਲਜ਼ਾਰ। ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ, ਉਹਨਾਂ ਦੇ ਨਾਵਲ, ਉਹਨਾਂ ਦੇ ਨਾਟਕ, ਉਹਨਾਂ ਦੀਆਂ ਕਵਿਤਾਵਾਂ ਇਸ ਨਾਟਕੀ ਪੇਸ਼ਕਾਰੀ ਦਾ ਹਿੱਸਾ ਨੇ। ਸੋ ਇਹ ਸੰਗੀਤਮਈ ਪੇਸ਼ਕਾਰੀ ਹੈ ਤੁਹਾਡੇ ਸਾਹਮਣੇ, ਮੇਰੀ ਖਿੜੀ ਰਹੇ ਗੁਲਜ਼ਾਰ। ਪੰਜਾਬੀ ਸਾਹਿਤ ਦੇ ਆਧੁਨਿਕ ਸਮੇਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਯੁੱਗ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਸਾਹਿਬ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਰਚਨਾ ਲਿਖੀ ਹੈ ਤੇ ਇਸ ਨੂੰ ਆਧੁਨਿਕ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਵੀ ਦਿੱਤਾ ਹੈ। ਭਾਈ ਵੀਰ ਸਿੰਘ ਜੀ ਤੋਂ ਪਹਿਲਾਂ ਜੋ ਵੀ ਸਾਹਿਤ ਰਚਿਆ ਗਿਆ ਉਸ ਵਿੱਚ ਪੁਰਾਤਨਤਾ ਦੇ ਅੰਸ਼ ਕਾਫੀ ਸਨ। ਉਹਨਾਂ ਦੇ ਆਉਣ ਨਾਲ ਪੰਜਾਬੀ ਸਾਹਿਤ ਦਾ ਨਵਾਂ ਅਧਿਐਨ ਸ਼ੁਰੂ ਹੋਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ
ਕਈ ਉਪਨਾਮਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਕਈ ਇਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਹਿੰਦੇ ਨੇ, ਕਈ ਗੁਰਮਤ ਆਚਾਰਿਆ ਵੀ ਕਹਿੰਦੇ ਨੇ ਤੇ ਕਈ ਪੰਜਾਬ ਦਾ ਟੈਗੋਰ ਵੀ ਕਹਿੰਦੇ ਨੇ। ਆਧੁਨਿਕਰਨ ਦੇ ਹੋਣ ਦੇ ਬਾਵਜੂਦ ਭਾਈ ਵੀਰ ਸਿੰਘ ਜੀ ਨੂੰ ਰਹੱਸਵਾਦੀ ਅਧਿਆਤਮਵਾਦੀ ਕਵੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਕੁਦਰਤ ਦੇ ਕਵੀ ਵਿਸ਼ੇਸ਼ ਤੌਰ ਤੇ ਪੁਕਾਰਿਆ ਜਾਂਦਾ ਹੈ। ਇਸੇ ਲਈ ਕਈ ਲੋਕ ਇਹਨਾਂ ਨੂੰ ਪੰਜਾਬ ਦਾ ਵਰਡਸਵਰਥ ਵੀ ਕਹਿੰਦੇ ਨੇ। ਭਾਈ ਵੀਰ ਸਿੰਘ ਜੀ ਛੋਟੀਆਂ ਕਵਿਤਾਵਾਂ ਲਿਖਣ ਵਾਲੇ ਬਹੁਤ ਵੱਡੇ ਕਵੀ ਸਨ। ਉਹਨਾਂ ਨੇ ਪੰਜਾਬੀ ਸਾਹਿਤ ਦਾ ਪੁਰਾਣਾ ਚੋਲਾ ਲਾ ਕੇ ਉਸ ਨੂੰ ਇੱਕ ਨਵੀਂ ਪੋਸ਼ਾਕ ਬਣਾਈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਿੱਚ ਨਿਮਰਤਾ ਤੇ ਇਕੱਲਤਾ ਦਾ ਖਾਸ ਗੁਣ ਸੀ। ਇਸੇ ਕਰਕੇ ਉਹ ਸਦਾ ਛੁਪੇ ਰਹਿਣ ਦੀ ਚਾਹ ਭਾਲਦੇ ਰਹਿੰਦੇ ਸਨ। मैं पिया अर्श दी दरेस भला मैं किरण खा मेरी नाल चांदनी खेल रात रल खेलिए मैं मस्त अपने हाल मगन गंद अपनी हाँ दिन नू भोरे नाल भी मिलना सकदा ਆਪ ਜੀ ਦਾ ਜਨਮ 5 ਸਤੰਬਰ 1872 ਈਸਵੀ ਵਿੱਚ ਦੀਵਾਨ ਕੌੜਾਮਲ ਦੇ ਖਾਨਦਾਨ ਦੀ 8ਵੀਂ ਪੀੜ੍ਹੀ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਦੇ ਵਿੱਚ ਹੋਇਆ। 1891 ਈਸਵੀ ਵਿੱਚ ਭਾਈ ਵੀਰ ਸਿੰਘ ਜੀ ਨੇ ਅੰਮ੍ਰਿਤਸਰ ਮਿਸ਼ਨ ਸਕੂਲ ਤੋਂ 10ਵੀਂ ਦਾ ਇਮਤਿਹਾਨ ਪਾਸ ਕੀਤਾ ਤੇ ਪਹਿਲੇ ਸਥਾਨ ਤੇ ਰਹੇ। ਡਿਸਟ੍ਰਿਕਟ ਬੋਰਡ ਵੱਲੋਂ ਆਪ ਜੀ ਨੂੰ 골ਡ ਮੈਡਲ ਇਨਾਮ ਵਿੱਚ ਦਿੱਤਾ ਗਿਆ। ਆਪ ਨੇ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਤੇ ਪਿਤਾ ਡਾਕਟਰ ਚਰਨ ਸਿੰਘ ਦੀ ਮਦਦ ਨਾਲ ਸੰਸਕ੍ਰਿਤ, ਬ੍ਰਿਜ ਭਾਸ਼ਾ, ਫਾਰਸੀ ਤੇ ਉਰਦੂ ਭਾਸ਼ਾ ਦੇ ਸਾਹਿਤ ਨੂੰ ਵੀ ਪੜ੍ਹਿਆ। ਆਪ ਜੀ ਨੇ ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਮਿਥਿਹਾਸ ਦਾ ਡੂੰਘਾ ਅਧਿਐਨ ਕੀਤਾ। ਆਪ ਨਾ ਕੇਵਲ ਧਾਰਮਿਕ ਮਾਹੌਲ ਵਿੱਚ ਜਨਮੇ ਪਲੇ ਤੇ ਜਵਾਨ ਹੋਏ ਬਲਕਿ ਅੰਤ ਸਮੇਂ ਤੱਕ ਇਸੇ ਵਿੱਚ ਹੀ ਰਹੇ। ਆਪ ਜੀ ਦੀ ਪ੍ਰਸਿੱਧ ਕਾਵਿ ਨਾਟਕ ਜੈਨਾ ਦਾ ਬਦਲਾਅ ਕੀ ਕੀਤਾ ਸੁਕਾਜ ਸੋਚੀ ਨੀ ਦੂਰ ਦਿਸ਼ਾ ਨੇ ਰਹਿਸੀ ਤਖਤੋ ਨਾ ਤਾਜ ਦੌਲਤ ਹੁਕਮ ਦੂਰ ਹੋ ਜਾਣਗੇ ਉਲਟੀ ਪੈਂਦੀ ਏ ਫਾਕ ਖੋਟੇ ਸ਼ਗਨ ਸਾਫ ਹੋ ਰਹੇ ਹੋਸੀ ਮੰਦਾ ਹਾਲ प्यारी जाना अधीश तेरा क्या रंग हो गया बंदा किसे दस से बोलिया तेरा चेहरा नहीं खुला केड़ी गलोत ने किया छेती दस ते हवाल मैनू बेचैनी ने घेरिया दही मूलों ना ढा ਖੇਡੇ ਸੱਪਾਂ ਦੀ ਖੇਡ ਵਿਠੂਹੇ ਦਾ ਮੰਤਰ ਤੂੰ ਨਾ ਜਾਣਦਾ ਮਾਰੀ ਜਾਇਆ ਨਾ ਪੇਟ ਮੱਥੇ ਸਿੱਖਾਂ ਦੇ ਨਾਲ ਲਾ ਲੈ ਪੁੱਛੇ ਮੈਨੂੰ ਕੀ ਹਾਲ ਮੈਂ ਹਾਂ ਸ਼ਾਹ ਹਾਲ ਨੂੰ ਜਾਣਦੀ ਕਿ ਤੂੰ ਨਾ ਜਾਣੇ ਆ ਗੁਰੂ ਗੋਬਿੰਦ ਸਿੰਘ ਬਤੌਰ ਨੂੰ ਲਸ਼ਕਰ ਵਿੱਚੋਂ ਉਹ ਨਿਕਲ ਗਿਆ ਤੁਸਾਂ ਕਾਬੂ ਕੀਤੇ ਉਸਦੇ ਬਾਅਦ ਦਾਦੀ ਬੁੱਢੀ ਹੈ ਨਾਲ ਕਾਲੀ ਕੈਦ ਵਿੱਚ ਬੁਰਜ ਦੇ ਕਹਿਰਾਂ ਦੇ ਮੂੰਹ ਤੁਸਾਂ ਪਾਰ ਲੈ ਕਰਨਾ ਪਾਰਾ ਵੀ ਨਾ ਪੈਰੋਂ ਰਹਿਤ ਉਹ ਵਾਂਗ ਰੱਬ ਦੇ ਬੱਚੇ ਮਾਰਨਾ ਗੁਨਾਹ ਵਿੱਚੋਂ ਵੱਡਾ ਅੱਤ ਦਾ
मरदे दी आ काफर मारना है पुन साडी शरा बेग में आखदी बोली काफर दी सुन करनी महापुन है बेग में साडा शाहां दा शाह औरंगजेब जिस दा नी नाम है कैसी वाह 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 सुन सी मारे जदों मैं बचड़े होनी आई अशा तेरे सिर चुरमटा पाव दे पाई जादू दी सवा सारी अकल मारी रवे गई बच्चे जो दुनिया ते पास दे पुल्ली तक के वेस जाना है जो आदमी वालरा नूर अल्लाह दी देख इन्हां दे बाप नु जानदा पाक पीर गुरु है बेग में मुस्लिम है ना तो जान साडी शरत ताई ना मनंदा छੱਡ ਦੇ ਬੱਚੇ ਅਣਜਾਣ ਤੰਮਾ ਮਾਸੂਮਾ ਤੇ ਨਾ ਸ਼ੋਭਦਾ ਕਰ ਲੈ ਚੰਗੀ ਪਛਾਣ ਮਾਰਨਾ ਏ ਜੋ ਮਾਰਨਾ ਉਹਨਾਂ ਨੂੰ ਮਾਰਿਆ ਮਰਦੇ ਨਾ ਉੱਚਿਉਂਦੇ ਸਨ ਔਰ ਰਹਿਣਗੇ ਤੂੰ ਸੋਧਣਾ ਹੈ ਆਪਣੀ ਖੋ ਛੱਡ ਦੇ ਨਿੱਕੇ ਬਾਲਣੇ दादी साहां दी कार सूली तो औखी हो गई चाकरी मैं नौकर हां सरकार चाकर हां दिल्ली दे ताजदार बालक कराना प्रहार पर मैं जे दियानो जीवने मैनू पैसी तरकार जांदे मता खुश है हाकमी काजी मुल्ला ते शेख मैनू कट देणगे दीन चो मेरी औकड़ नु देख कटना ਉਹਨਾਂ ਦਾ ਵੀ ਕੁਝ ਨਹੀਂ ਤੂੰ ਸੁਣ ਸੇ ਗੁਰੂ ਕੀ ਬਾਤ ਪੁੱਤਰ ਮੇਰੇ ਨਵਾਬ ਨੂੰ ਮਾਰ ਦੇ ਉਹ ਸਮੁੰਦਰ ਹੈ ਸ਼ਾਂਤ ਗੁੱਸਾ ਕਰੂ ਨਵਾਬ ਮੁੱਲ ਨਾ ਉਹ ਨਾ ਡੋਲਣਗੇ ਆਪ ਘਟ ਸੀ ਨਾ ਕੁਝ ਉਹਨਾਂ ਦਾ ਤੂੰ ਕੋਕੇ ਵੇਖ ਲੈ ਬਾਹਰ ਤੂੰ ਕੋਕੇ ਵੇਖ ਲੈ ਬਾਹਰ ओ मैं बलगा तू कोके देख ले ਘੱਟ ਸੀ ਨਾ ਕੁਝ ਉਹਨਾਂ ਦਾ ਤੂੰ ਕੋ ਕੇ ਵੇਖ ਲੈ ਬਾਪ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਦਾ ਕਮਾਲ ਤੁਸੀਂ ਦੇਖਿਆ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈਂਦੇ ਨੀਹੋਂ ਵਾਲੇ ਨੈਣਾ ਦੀ ਨੀਂਦਰ ਦਿਨ ਰਾਤ ਪਏ ਵਹਿੰਦੇ ਐਸੀ ਲਗਨ ਲਗਾ ਲਈ ਜਾਂਦੀ ਹੈ ਟੋਰ ਅਨੰਤੋਂ ਨਾ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚੱਲ ਪਏ ਨਿਤ ਵਹਿੰਦੇ ਆਪ ਜੀ ਨੇ 1892 ਈਸਵੀ ਵਿੱਚ ਸਰਦਾਰ ਵਜੀਰ ਸਿੰਘ ਨਾਲ ਮਿਲ ਕੇ ਵਜੀਰ ਹਿੰਦ ਪ੍ਰੈਸ ਨੂੰ ਚਲਾਇਆ ਜੋ ਹੁਣ ਤੱਕ ਪੰਜਾਬੀ ਛਪਾਈ ਦਾ ਸੋਹਣਾ ਕੰਮ ਕਰ ਰਹੀ ਹੈ ਆਪ ਜੀ ਨੇ 1894 ਵਿੱਚ ਖਾਲਸਾ ਟਰੱਕ ਨਾਂ ਦੀ ਸੁਸਾਇਟੀ ਸ਼ੁਰੂ ਕੀਤੀ ਤੇ ਨਿਰਗੁਣ ਵਾਲੇ 15ਵਾਂ ਟਰੱਕ ਸ਼ੁਰੂ ਕੀਤਾ ਆਪ ਜੀ ਨੇ 1899 ਈਸਵੀ ਵਿੱਚ ਖਾਲਸਾ ਸਮਾਚਾਰ ਪੱਤਰ ਕੱਢ ਕੇ ਪੰਜਾਬੀ ਵਿੱਚ ਅਖਬਾਰ ਦੇ ਸਿਲਸਿਲੇ ਨੂੰ ਚਲਾਇਆ ਆਪ ਸਿੰਘ ਸਭਾ ਲਹਿਰ ਤੇ ਚੀਫ ਖਾਲਸਾ ਦੀਵਾਨ ਦੇ ਮੁਖੀਆ ਵਿੱਚੋਂ ਸਨ ਆਪ ਜੀ ਨੇ ਸਿੱਖ ਇਤਿਹਾਸ ਵਿੱਚੋਂ ਪਾਤਰ ਚੁਣ ਕੇ ਧੀਆਂ ਨੂੰ ਹਿੰਮਤ ਦਿੱਤੀ ਤੇ ਨਾਵਲ ਲਿਖਿਆ ਸਤਵੰਤ ਕੌਰ जहां जहां खालसा जी साहिब तहां तहां रच्छा रियात सारा पंथ अरदास करता है मैं करती हां मेरी मां मेरे न्याणे विछड़े वीर दी रच्छा रियात कर हां कर दाता करा मेल विछड़े अम्मी वीर दा मेल करा दे धीयां दे दिल खुसन माए दूर गईयां नी मावा दूर गईयां ना परतियां हाय दूर गईयां नी मावा आंद्रा कलवल हो टुटण भैणा बिना भरावा बिना भरावा धीयां हावे पर मुकियां मिलियां फेर ना मावा वीरा वीरा रुन्नी वीरा 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 गावा वीर बचुन्नी दे आजा वीरा आ वीरा कर लावा मावा बाजो जीवन औखा औखा बाज भरावा वीर बचुन्नियां जीन ना पैना शाला मैं मर जावा तियां दे दिल कायल माए दूर गईयां नी मावा दूर गईयां ना परतियां होए दूर गईयां नी मैं फिर वराग विच चली गई मैं तां रजा मन खड़ोती सा बापू जी आप दे दर चले गए मैं हत्थी तोरे वो हंसते हंसते गए मैनू गालां लाके प्यार दे के टुरे कहर विछोड़ा है बापू जी दा पर मैं बहुता हवा नहीं कीता पर हे रब्बा जीओ मेरी नमानी दे मन ते मेहर करियो
ਵੀਰ ਤੇ ਅੰਮੀ ਪਤਾ ਨਹੀਂ ਕਿੱਥੇ ਚਲੇ ਗਏ, ਕਿਸ ਹਾਲ ਹੋਣਗੇ, ਕੀ ਜਫਰ ਜਾਲਦੇ ਹੋਣਗੇ, ਕਿੰਨਾ ਕਹਿਰਾਂ ਦੇ ਮੂੰਹ ਨੇ। ਜੁਗ ਬੀਤ ਗਏ, ਕੋਈ ਥੋ ਨਹੀਂ, ਕੀ ਕਰਦੇ ਹੋਣਗੇ ਵਲਿੱਖਾਂ ਚ। ਇਹ ਸਾਈਂ ਜੀਓ ਇੰਨੀ ਸੁਧ ਕਰ ਦਿਓ ਜੇ ਨਾ ਕਿ ਆਪਣੇ ਦੇਸ਼ ਅੱਪੜ ਪਏ ਨੇ, ਫਿਰ ਮੇਰੇ ਦਿਲ ਦਾ ਘਾव ਭਰ ਜਾਏ, ਮੇਰੇ ਕਾਲਜੇ ਸੰਤੋਖ ਆ ਜਾਏ। ਬੇਪਤਾ ਵਿਛੋੜਾ ਕਿਹੜਾ ਕਹਾਰਾਂ ਦੇ ਤੋਖਲੇ ਮੈਂ ਕਿੰਜ ਜੀਵਾਂ। ਰਜਾ ਤੇਰੀ ਰਜਾ, ਮੇਰੀ ਭੁੱਲ ਤੇਰੀ ਖਿਮਾ, ਨਿਮਾਣੀ ਬੱਚੀਆਂ ਮੈਂ ਆਪਦੀ, ਮੇਰੀ ਭੁੱਲ ਤੇ ਮੈਨੂੰ ਮਾਫ ਕਰਿਓ। हे ਸਾਈਆਂ ਜੀਓ, ਮੈਨੂੰ ਅੰਮੀ ਵਿਛੜੀ ਵੀਰ ਵਿਚੁੰਨੀ ਬਾਲੀ ਦੇ ਸਿਰ ਤੇ ਪਿਆਰ ਦਿਓ। ਮੇਰੇ ਕਿਸੇ ਵੇਲੇ ਹੱਥ ਪੈਰ ਮਾਰ ਕੇ ਠਿਲ ਕੇ ਤਾਕ ਪੈਣ ਦੇ ਤਰਲੇ ਮੇ ਪਹੁੰਚ ਮੇਰੇ ਤਰਲੇ ਨੇ ਸਾਈਆਂ ਜੀਓ, ਮੈਨੂੰ ਦਲਾਸਾ ਦੇਵਿਓ। ਮੇਰੇ ਅਥਰੂ ਚੋਂਦੇ ਨੇਤਰਾਂ ਨੂੰ ਚੁੰਮੋ, ਮੇਰੀ ਕੰਨੀ ਤੇ ਹੱਥ ਫੇਰੋ ਤੇ ਆਖੋ ਮੈਂ ਤੇਰਾ ਆ, ਮੈਂ ਤੇਰੀ ਗੋਦੀ ਆ। हे ਵਾਹਿਗੁਰੂ ਪਿਆਰੇ ਪਿਤਾ, ਤੂੰ ਮੇਰਾ ਹੋਰ, ਤੂੰ ਮੈਨੂੰ ਆਪਣਾ ਆਪਣੀ ਗੋਦੀ ਖੜਾ। हे ਮੇਰਾ ਦੇ ਦਾਤੇ ਇੱਕ ਵਾਰ ਮੇਲ ਕਰਾ, ਇੱਕ ਵਾਰ ਮੇਲ ਕਰਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ। ਆਪ ਜੀ ਨੇ ਆਪਣੀ ਸਕੂਲੀ ਵਿਦਿਆ 10ਵੀਂ ਤੱਕ ਪੂਰੇ ਜ਼ਿਲ੍ਹੇ ਵਿੱਚ ਅਵਲ ਰਹਿ ਕੇ ਪ੍ਰਾਪਤ ਕੀਤੀ ਤੇ ਬਾਕੀ ਦੀ ਰਹਿੰਦੀ ਵਿਦਿਆ ਘਰ ਵਿੱਚ ਰਹਿ ਕੇ ਪ੍ਰਾਪਤ ਕੀਤੀ। ਬੋਰਡ ਵੱਲੋਂ ਆਪ ਨੂੰ ਸੋਨੇ ਦਾ ਮੈਡਲ ਇਨਾਮ ਵੀ ਦਿੱਤਾ ਗਿਆ। ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹੋਰਨਾਂ ਭਾਸ਼ਾਵਾਂ ਦਾ ਅਧਿਐਨ ਆਪ ਨੇ ਘਰ ਵਿੱਚ ਰਹਿ ਕੇ ਕੀਤਾ। ਆਪ ਜੀ ਨੇ ਆਪਣੀਆਂ ਰਚਨਾਵਾਂ ਦਾ ਮੁਲਾਂਕਣ ਕਰਕੇ ਆਪਣੇ ਭਾਵਾਂ ਨੂੰ ਬਲਵਾਨ ਬਣਾਉਣ ਲਈ ਵਰਤਿਆ। ਗੁਰੂ ਨਾਨਕ ਚਮਤਕਾਰ ਵਿੱਚ ਸੰਸਾਰ ਦੇ ਪ੍ਰਸਿੱਧ ਚਿੰਤਕ ਰਸਦ, ਰਸਕਿਨ, ਡਾਰਵਿਨ ਆਦਿ ਦੇ ਵਿਚਾਰ ਪ੍ਰਾਪਤ ਹੁੰਦੇ ਨੇ। ਇਹੀ ਕਾਰਨ ਹੈ ਕਿ ਆਪ ਦੀਆਂ ਕਵਿਤਾਵਾਂ ਵਿੱਚੋਂ ਬੌਧਿਕਤਾ ਮਿਲਦੀ ਹੈ, ਜਿਵੇਂ ਸਭ ਹੁਣ ਅਸੀਂ ਗੱਲ ਕਰਦੇ ਹਾਂ 1808-1809 ਦੇ ਲਗਭਗ। ਮੀਰ ਮੰਨੂ ਜੋ ਸਮੇਂ ਦਾ ਹਾਕਮ ਸੀ, ਸਿੱਖਾਂ ਨੂੰ ਖਤਮ ਕਰਨ ਦੀ ਸਹੁੰ ਖਾ ਚੁੱਕਾ ਸੀ। ਮੀਰ ਮੰਨੂ ਨੂੰ ਥਾਪੜਾ ਸੀ ਦੀਵਾਨ ਲਖਪਤ ਰਾਏ ਦਾ, ਪਰ ਦਸਮ ਪਿਤਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਜਾਈ ਫੌਜ ਨੂੰ ਭਲਾ ਕੌਣ ਖਤਮ ਕਰ ਸਕਦਾ ਹੈ? ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਰ ਸਹਾਏ ਹੋਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਵਲ ਕਹਾਣੀ ਵਿਜੇ ਸਿੰਘ। ਰਾਮ ਅਨਰਥ ਹੋ ਗਿਆ ਦੀਵਾਨ ਜੀ, ਅਨਰਥ ਹੋ ਗਿਆ। ਵੇਦ ਸ਼ਾਸਤਰਾਂ 'ਚ ਸੱਚ ਹੀ ਲਿਖਿਆ ਹੈ ਕਿ ਕਲਯੁਗ ਵਿੱਚ ਅਨਰਥ ਹੋ ਜਾਵੇਗਾ। ਕੋਰ ਕਲਯੁਗ ਆ ਗਿਆ, ਕੋਰ। ਹੋਇਆ ਕੀ ਹੈ ਪੰਡਿਤ ਜੀ? ਆ ਦੀਵਾਨ ਸਾਹਿਬ, ਜਦੋਂ ਦਾ ਮੈਂ ਸੁਣਿਆ ਨਾ ਮੇਰੇ ਤਾਂ ਹੱਥਾਂ ਦੇ ਤੋਤੇ ਉੱਠ ਗਏ ਨੇ। ਪਰ ਗੱਲ ਕੀ ਹੋਈ ਹੈ ਜੀ ਤੁਸੀਂ ਮੇਰੇ ਮੂੰਹ ਨਾ ਹੀ ਕਹੋ ਤਾਂ ਚੰਗਾ ਹੈ। ਉਹ ਪੰਡਿਤ ਜੀ ਕੀ ਬੁਝਾਰਤਾ ਪਾਈ ਜਾਂਦੇ ਹੋ? ਗੱਲ ਦੱਸੋ ਕੀ ਹੋਈ ਹੈ? ਜੀਓ ਆਪਣਾ ਰਾਮ ਲਾਲ। ਹਾਂ ਕੀ ਹੋਇਆ ਰਾਮ ਲਾਲ ਨੂੰ? ਉਹ ਰਾਮ ਲਾਲ ਸਿੱਖ ਬਣ ਗਿਆ ਏ। ਕੀ ਸਿੱਖ ਬਣ ਗਿਆ? ਪਰ ਇਹ ਕਿਸ ਤਰ੍ਹਾਂ ਹੋ ਗਿਆ? ਮੈਂ ਤਾਂ ਤੁਹਾਨੂੰ ਬਥੇਰਾ ਕਹਿਣਾ ਸਾਂ ਕਿ ਆਪਣੇ ਪੁੱਤਰ ਨੂੰ ਅੰਮ੍ਰਿਤਸਰ ਨੇੜੇ ਨਾ ਜਾਣ ਦਿਓ, ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ। ਉਹਨੂੰ ਅੰਮ੍ਰਿਤਸਰ ਨੇੜੇ ਸਰਕਾਰੀ ਨੌਕਰੀ ਲਵਾ ਦਿੱਤਾ। ਪੰਡਿਤ ਜੀ ਮੇਰੀ ਸਮਝ ਤੇ ਕੁਝ ਨਹੀਂ ਆ ਰਿਹਾ, ਤੁਸੀਂ ਕਰੋ ਕੁਝ ਕਰ ਸਕਦੇ ਹੋ ਹੁਣ ਤੇ। ਪੰਡਤ ਜੀ ਸੁਣਿਆ ਹੈ ਸ਼ਾਲਾਮਾਰ ਬਾਗ ਵਿੱਚ ਅੱਜ ਬੜਾ ਪੱਧਰ ਹੋ ਗਿਆ। ਆਹੋ, 2 ਹੇਠਲੇ ਤਖਤਾਂ ਤੇ ਭੁੱਖੇ ਬਾਗਾਂ ਨੂੰ ਛੱਡ ਦਿੱਤਾ ਗਿਆ ਤੇ 2 ਨਵੇਂ ਫੜੇ ਸਿੱਖਾਂ ਨੂੰ ਬੰਨ ਦਿੱਤਾ ਮੁਸ਼ਕਾਂ ਨਾਲ। ਉਹਨਾਂ ਨੇ ਵੇਖਦਿਆਂ ਹੀ ਵੇਖਦਿਆਂ ਸਿੱਖਾਂ ਦੀਆਂ ਵੋਟੀਆਂ ਕਰਦੀਆਂ। ਪਰ ਧੰਨ ਸਾਨੂੰ ਵਾਹਿਗੁਰੂ ਦੇ ਸਿੱਖ, ਵਾਹਿਗੁਰੂ ਵਾਹਿਗੁਰੂ ਕਰਦੇ ਚੱਲ ਵਸੇ, ਕਿਸੇ ਨੇ ਸੀ ਤੱਕ ਨਹੀਂ ਕੀਤੀ। ਉੱਥੇ ਹੋਰ ਕੋਈ ਨਹੀਂ ਸੀ? ਨਵਾਬ, ਦੀਵਾਨ ਸਾਹਿਬ ਸਾਰੇ ਉੱਥੇ ਸੀ। ਉੱਪਰਲੇ ਤਖਤੇ ਤੇ ਬੈਠ ਕੇ ਤਮਾਸ਼ਾ ਵੇਖ ਰਹੇ ਸੀ ਤੇ ਖਿੜਖਿੜ ਹੱਸਦੇ ਪਏ ਸੀ। ਇਹਨਾਂ ਸਿੱਖਾਂ ਦੀ ਜ਼ਾਤ ਕੀ ਸੀ? ਇਹਨਾਂ ਦੀ ਕੋਈ ਜ਼ਾਤ ਨਹੀਂ ਹੁੰਦੀ, ਸਿੱਖ ਬਸ ਸਿੱਖ ਹੀ ਹੁੰਦੇ ਨੇ। ਹਾਂ ਬੜੇ ਬਹਾਦਰ ਨੇ,
ਕਦੀ ਪਾਣੀ ਦੀਆਂ ਕੰਧਾਂ ਤੇ ਛੱਤ ਟਿਕੀ ਏ, ਜੁੜੀਆਂ ਕੰਧਾਂ ਨਾਲ ਹੀ ਮਹੱਲ ਬਣਦੇ ਨੇ। ਪਰ ਤੂੰ ਵੇਖੀ ਜਾ ਹੁਣ, ਇਹਨਾਂ ਸਿੱਖਾਂ ਦੀ ਸ਼ਾਮਤ ਆ ਗਈ ਏ। ਨਵਾਬ ਨੇ ਨਾ ਇਹਨਾਂ ਨੂੰ ਖਤਮ ਕਰਨ ਦੀ ਸਹੁੰ ਖਾਧੀ ਏ। ਮਾਂ ਜੀ, ਪੁੱਤਰਾ, ਲੱਗਦਾ ਹੈ ਤੂੰ ਰਾਮ ਲਾਲ ਨੂੰ ਮਿਲਣ ਆਇਆ ਹੈ। ਉਹ ਤਾਂ ਘਰ ਹੈ ਨਹੀਂ। ਮੈਂ ਰਾਮ ਨਾਲ ਹੀ ਹਾਂ ਮਾਂ। ਡੇਰਾ ਰਾਮ ਲਾਲ ਤੇ ਖਾਲਸੇ ਦਾ ਵਿਜੇ ਸਿੰਘ। ਕੀ ਗੱਲ ਮਾਂ, ਤੂੰ ਪਰੇਸ਼ਾਨ ਹੋ ਗਈ? ਤੇਰੇ ਸਿੱਖ ਹੋ ਜਾਣ ਤੇ। ਕੀ ਸਿੱਖ ਹੋਣਾ ਪਾਪ ਹੈ? ਨਹੀਂ ਮੇਰੇ ਬੱਚਿਆ, ਜਦੋਂ ਤੂੰ ਨਿੱਕਾ ਹੁੰਦਾ ਗੁਰੂਆਂ ਦੀ ਬਾਣੀ ਦਾ ਪਾਠ ਕਰਦਾ ਸੀ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਸੀ। ਉਸੇ ਪਾਠ ਦਾ ਸਦਕਾ ਹੀ ਸਾਨੂੰ ਸਿਆਣਪ ਮਿਲੀ ਤੇ ਫਿਰ ਚੰਨ ਜੇ ਪੁੱਤ ਨੇ ਤਾਂ ਘਰ ਨੂੰ ਭਾਗ ਹੀ ਲਾ ਦਿੱਤੇ। ਮਾਂ, ਜੇ ਤੂੰ ਗੁਰੂ ਮਹਾਰਾਜ ਦੀ ਦਿੱਤੀਆਂ ਹੋਈਆਂ ਦਾਤਾਂ ਤੋਂ ਇੰਨੀ ਖੁਸ਼ ਹੈ ਤਾਂ ਫਿਰ ਦੁੱਖ ਕਾਹਦਾ? ਪੁੱਤਰਾ, ਸਮਾਂ ਵੇਖ ਕੇ ਤੁਰਨਾ ਚਾਹੀਦਾ ਹੈ। ਤੈਨੂੰ ਤਾਂ ਪਤਾ ਹੀ ਹੈ ਕਿ ਅੰਮ੍ਰਿਤਸਰ ਵਾਲੇ ਭਾਈ ਮਨੀ ਸਿੰਘ ਦਾ ਇਹਨਾਂ ਤੁਰਕਾਂ ਨੇ ਕੀ ਹਾਲ ਕੀਤਾ ਸੀ। ਜਦੋਂ ਤੂੰ ਘਰ ਬੈਠ ਕੇ ਸਾਰੇ ਕਰਮ ਸਿੱਖਾਂ ਵਾਲੇ ਕਰਦਾ ਸੈਂ ਤੇ ਮੈਂ ਤੈਨੂੰ ਕਦੇ ਨਹੀਂ ਸੀ ਵਰਜਿਆ। ਟੱਕੀ ਰਿੱਜੇ ਤੇ ਕੋਈ ਨਾ ਬੁੱਝੇ ਵਾਲੀ ਗੱਲ ਸੀ। ਫਿਰ ਤੂੰ ਆਪਣੇ ਆਪ ਨੂੰ ਗੁਰੂ ਦੀ ਪ੍ਰੀਤ ਨਾਲ ਜਗਜਾਰ ਕਿਉਂ ਕੀਤਾ? ਕਬੀਰ ਲਾਗੀ ਪ੍ਰੀਤ ਸੁਜਾਨ ਸੋ, ਬੜੇ ਲੋਗ ਆਜ਼ਾਨ, ਤਾਂ ਸਿਓ ਟੂਟੀ ਕਿਉਂ ਬਣੇ, ਜਾ ਕੇ ਜੀ ਪਰਾ। ਹਾਂ, ਜੇ ਨੱਚਣ ਲੱਗੀ ਤਾਂ ਘੁੰਡ ਕਾਦਾ। ਮਾਂ, ਸਿੱਖ ਹੋਣ ਕਰਕੇ ਮੈਂ ਲੋਕਾਂ ਦੀਆਂ ਮੁਸੀਬਤਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ। ਤੁਹਾਡੀਆਂ ਮੁਸ਼ਕਲਾਂ ਤੇ ਪਿਤਾ ਜੀ ਦੀਆਂ ਤੁਰਕਾਂ ਹੱਥੋਂ ਮੁਸ਼ਕਲਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ। ਪਰ ਪੁੱਤਰਾ, ਉਹ ਕੰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ। ਮੈਨੂੰ ਐਸੀ ਗੱਲ ਆਖ ਮੇਰੀ ਮਾਂ, ਜਿਹਦੇ ਨਾਲ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਵੇ। ਤੇ ਰਹੀ ਗੱਲ ਸੱਪ ਤੇ ਲਾਠੀ ਦੀ, ਹੁਣ ਸੱਪ ਮਰੇਗਾ ਹੀ, ਭਾਵੇਂ ਲਾਠੀ ਟੁੱਟੇ ਭਾਵੇਂ ਨਾ। ਪੁੱਤਰਾ, ਤੂੰ ਇਹਨਾਂ ਸਿੱਖਾਂ ਦੀ ਸੰਗਤ ਛੱਡ ਦੇ। ਆਪਣੇ ਪਿਤਾ ਵਾਲੀ ਸ਼ਕਲ ਰੱਖ, ਆ ਕੇਸ ਤੇ ਲਿਬਾਸ ਲਾ ਦੇ। ਤੂੰ ਤੇ ਮੇਰਾ ਕਾਲਜਾ ਹੀ ਵਿੰਨਤਾ ਹੈ ਮਾਂ। ਤੂੰ ਕੀ ਸਮਝਦੀ ਕਿ ਮੈਂ 10ਵੇਂ ਪਾਤਸ਼ਾਹ ਦੇ ਦਿੱਤੇ ਹੋਏ ਤਾਜ ਨੂੰ ਭੋਏ ਤੇ ਪਟਕ ਦਿਆਂ? ਨਹੀਂ ਮਾਂ, ਮੇਰੇ ਸਰੀਰ ਤੋਂ ਮੇਰਾ ਸਿਰ ਤਾਂ ਅਲੱਗ ਹੋ ਸਕਦਾ ਹੈ, ਪਰ ਇਹ ਕੇਸ ਅਲੱਗ ਨਹੀਂ ਹੋ ਸਕਦੇ। ਮੈਂ ਤੇਰੇ ਸਿਰ ਦੀਆਂ ਖੈਰਾਂ ਮੰਨਦੀ ਆ, ਤੇਰੀਆਂ ਮੰਨਤਾਂ ਮੰਨਦੀ ਆ, ਪਰ ਕੋਈ ਸਿਰ ਧੜਦੀ ਬਾਜੀ ਨਾ ਖੇਡ। ਇਹਨੇ ਬਾਜੀ ਕੀ ਖੇਡਣੀ ਹੈ? ਬਾਜੀ ਤਾਂ ਸਾਡੀ ਲੱਗੀ ਹੈ ਸਿਰ ਧੜਦੀ। ਉੱਠ ਕੇ ਬਾਜੀ। ਪਿਤਾ ਜੀ, ਮੈਂ ਤਾਕ ਨੂੰ ਪਿਤਾ ਜੀ ਤੇ ਨਿਕਲ ਜਾ ਇੱਥੋਂ। ਦੁਬਾਰਾ ਆਪਣੀ ਮੈਨੂੰ ਸੂਰਤ ਤੱਕ ਨਾ ਦਿਖਾਈ। ਇਸ ਤਰ੍ਹਾਂ ਨਾ ਕਰਿਓ ਜੇ। ਮੈਂ ਆਪਣੇ ਪੁੱਤ ਨੂੰ ਆਪਣੇ ਘਰ 'ਚ ਲੁਕੋ ਕੇ ਕਿਤੇ ਰੱਖ ਲਾਂਗੀ ਤੇ ਕਿਸੇ ਨੂੰ ਉੱਗ ਸੁੱਗ ਨਹੀਂ ਲੱਗਣ ਦਿਆਂਗੀ। ਬੋਲੀ ਹੋ ਗਈ ਹੈ। ਸਿਆਣੇ ਆਖਦੇ ਆ ਵੀ ਜੇਕਰ ਸੱਪ ਉਂਗਲ ਤੇ ਡੰਗ ਮਾਰ ਦੇਵੇ ਨਾ ਤਾਂ ਉਂਗਲ ਨੂੰ ਕੱਟ ਦੇਣਾ ਚਾਹੀਦਾ ਹੈ, ਤਾਂ ਜੋ ਬਾਕੀ ਸਰੀਰ ਦਾ ਹਿੱਸਾ ਬਚਿਆ ਰਹੇ। ਜੇ ਤੁਹਾਡਾ ਇਹੀ ਫੈਸਲਾ ਹੈ ਤੇ ਇਹਦੇ ਤੋਂ ਪਹਿਲਾਂ ਮੈਂ ਆਪਣੇ ਪ੍ਰਾਣ ਤਿਆਗ ਦਾਂਗੀ। ਨਾ ਮਾਂ, ਮੇਰੇ ਪਿੱਛੇ ਇੰਜ ਨਾ ਕਰੀ। ਮੇਰੇ ਭਾਗ ਮੇਰੇ ਨਾਲ ਨੇ। ਤੇਰੇ ਘਰ ਵਿੱਚ ਤੇਰੇ 2 ਪੁੱਤ ਹੋਰ ਵੀ ਨੇ। ਉਹਨਾਂ ਨਾਲ ਮੋਹ ਕਰਕੇ ਆਪਣੇ ਚਿੱਤ ਨੂੰ ਸਮਝਾ ਲਈ। ਮਾਂ, ਜਿਨ੍ਹਾਂ ਦਾ ਇਕਲੌਤਾ ਪੁੱਤਰ ਮਰ ਜਾਂਦਾ ਹੈ, ਉਹ ਵੀ ਮਾਵਾਂ ਤਾਂ ਜਿੰਦੀਆਂ ਹੀ ਨੇ। ਤੇਰੇ ਕੋਲ ਤਾਂ 2 ਨੇ। ਪੁੱਤਰਾ, ਜਿਉਣ ਉਹ ਵੀ, ਪਰ ਤੇਰੇ ਬਿਨਾ। ਤੂੰ ਵੀ ਚੜ ਜਾ ਦੇ ਨਾਲ ਹੀ ਸੁਣੀ। ਪਿਤਾ ਜੀ, ਜੇ ਇਨਸਾਨ ਦੇ ਸਿਰ ਤੇ ਮਾਂ ਦਾ ਤੇ ਗੁਰੂ ਦਾ ਆਸ਼ੀਰਵਾਦ ਹੋਵੇ, ਉਹਦੇ ਲਈ ਸੂਲ ਤੇ ਸੂਲੀ ਵਿੱਚ ਕੋਈ ਫਰਕ ਨਹੀਂ ਰਹਿੰਦਾ। ਚੰਗਾ ਪਿਤਾ ਜੀ, ਜੋ ਤੁਹਾਡੀ ਮਰਜ਼ੀ। ਅੱਛਾ ਮਾਂ, ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਉਦਮ ਸਦਕਾ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਦੀ ਸਥਾਪਨਾ ਹੋਈ। ਆਪ ਜੀ ਨੇ ਵਿਦਿਅਕ ਪ੍ਰਚਾਰ ਵਿੱਚ ਵੱਧ ਚੜ ਕੇ ਹਿੱਸਾ ਲਿਆ। ਕਈ ਕਿਤਾਬਾਂ ਛਪਵਾਈਆਂ, ਕਈ ਖਾਲਸਾ ਸਕੂਲ ਵੀ ਖੁਲਵਾਏ। ਆਪ ਜੀ ਸਿੰਘ ਸਭਾ ਲਹਿਰ ਦੇ ਆਪ ਖਾਲੀ ਸਨ। ਇਸੇ ਲਈ ਆਪਨੇ ਖਾਲਸਾ ਡਾਇਰੈਕਟ ਸੁਸਾਇਟੀ ਦਾ ਨੀਂਹ ਪੱਥਰ ਰੱਖਿਆ ਤੇ ਖਾਲਸਾ ਸਮਾਚਾਰ ਪੱਤਰ ਵੀ ਕੱਢਿਆ। ਆਪ ਦੀਆਂ ਪ੍ਰਸਿੱਧ ਲੰਮੇਰੀਆਂ ਕਵਿਤਾਵਾਂ ਨਰਗਿਸ, ਬੁਲਬੁਲ ਦੇ ਰਾਹੀ, ਜੀਵਨ ਕੀ ਹੈ, ਕੁਤਬ ਦੀ ਲਾਠ ਆਪ ਦੀਆਂ ਪ੍ਰਸਿੱਧ ਰਚਨਾਵਾਂ ਵਿੱਚੋਂ ਲਹਿਰਾਂ ਦੇ ਹਾਰ, ਲਹਿਰ ਹੁਲਾਰੇ, ਕੰਬ ਦੀ ਕਲਾਈ, ਬਿਜਲੀਆਂ ਦੇ ਹਾਰ, ਪ੍ਰੀਤ ਵੀਨਾ ਆਦਿ ਪ੍ਰਸਿੱਧ ਹਨ। ਖੁਸ਼ ਕਰੇ ਵਾਲੇ ਸੋਹਣਿਓ, ਅਰਸ਼ੀਆਂ ਦੇ ਗੀਤ ਗਾ ਗਾ ਦਿਲ ਅਸਾਡੇ ਮੋੜਿਓ। ਲੱਗੇ ਸੁਹਾਵੇ ਖੰਭ ਸਨ ਤੁਹਾਡੀ ਸੁਰੀਲੀ ਆਵਾਜ਼ ਨੂੰ, ਲੈ ਉੜਦੇ ਆਕਾਸ਼ ਨੂੰ ਅਰਸ਼ੀਆਂ ਦਾ ਮਨ ਛੋੜਿਓ। ਪੈਦਾ ਯੂ ਕਰਨਾ ਹਾਲ ਨਾ ਗਾਇ ਤੁਹਾਡਾ ਮਰਨੀਆਂ, ਵਿੱਚ ਜਾਓ ਬਰਬਾਦ ਇਸ ਸਾਡੇ ਦਿਲਾਂ ਨੂੰ ਕੋਣਿਓ। ਪੋ ਸਾਨੂੰ ਸੁਰ ਤੁਹਾਡੀ ਦਰਵੰਤਾ ਲਾ ਦੀਨ ਦੀ,
मंगल बजाओ आपू सोहणियो साडे दिलां नूं कोहणियो रंग चढ़े दूधा चौड़ हो मंजला सरूरी झूम है लग जाए समाधि फे सूरो सूरतां दी सराई कोहणियो ਵੀਨ ਕਰਾ ਆ ਵੀਣਾ ਵਜਾ ਕੋਈ ਸੁੱਤੀਆਂ ਕਲਾ ਜਗਾ ਤੂੰ ਛੇੜਦੇ ਇਹਨਾਂ ਦੀਆਂ ਕਿੱਲੀਆਂ ਵੇ ਤਰਬਾ ਪਿਆਰ ਦੀਆਂ ਪਈਆਂ ਢਿੱਲੀਆਂ ਵੇ ਮੋਈ ਮਣੇ ਵਿੱਚ ਜਿੰਦੜੀ ਪਾ ਕੋਈ ਦੇ ਅਲਾਮਾ ਲਾ ਕੋਈ ਛੇੜਦੇ ਪ੍ਰੇਮ ਦੀ ਰੀਤ ਵੇ ਦਿਲ ਚੀਰਵੇ ਗਾ ਕੋਈ ਗੀਤ ਵੇ ਲਿਆਵਾ ਮੋਤੀਆਂ ਦਾ ਪਰ ਥਾਲ ਵੇ तेरी झोली करा माला माल वे ਵੀਣਕਾਰ ਨੂੰ ਵੀਣਾ ਪਈ ਆਖੇ ਤੇਰੇ ਗੀਤਾਂ ਨੂੰ ਚਾੜਾ ਮੈਂ ਰੰਗਲ ਵੀਣਕਾਰ ਨੇ ਪਰੇ ਚਾਹ ਰੱਖੀ ਦਿੱਤੀ ਨਾਲ ਗਿਲਾਫ ਲਪੇਟ ਜਦ ਆਈ ਵੀਣਾ ਨੂੰ ਹੋਸ਼ ਮੈਂ ਸਾਂ ਲੱਕੜੀ ਤੰਦੀ ਦੇਖਤਾ ਜਿੰਦਹੀਣੀ ਸੀ ਮੈਂਡੜੀ ਤੇ ਇਹ ਤਾਂ ਸਾਈਆਂ ਦਾ ਜਾਦੂ ਅਮੇਟ ਪਰ ਦਿੰਦਾ ਸੀ ਨਾ ਸੰਗੀਤ ਰਗੋ ਰੇਸ਼ਾ ਮੇਰੇ ਤਾਰ ਤਾਰ ਤਦੋਂ ਬੋਲਦੀ ਸਾਂ ਮੈਂ ਪਿਆਰ ਪਿਆਰ ਫੇਰ ਸਾਈਆਂ ਜੀ ਦੀ ਗਾਦਾ ਮੈਂ ਨਾਲ ਮੋਹਿਤ ਹੁੰਦਾ ਸੀ ਸੁਣਦਾ ਸੰਗੀਤ ਰਸ ਲੈਂਦਾ ਸੀ ਯਾਰ ਸਾਲ ਵਾਹ ਵਾਹ ਚੋਰ ਤੇਰੇ ਮੇਰੇ ਸਾਈਆਂ ਤੇਰੇ ਗੀਤਾਂ ਦੀਆਂ ਤੈਨੂੰ ਵਧਾਈਆਂ ਤੂੰ ਹੋ ਗੀ ਸੰਗੀਤ ਤੇ ਸਵਾਦ ਰਸ ਰਸਿਆ ਤੇ ਆਪ ਰਸਾਲ रही वास्ते कल चुकी है बीत वस तो दूर नसाई पलक अजे है दूर नहीं विच हत्थां आई अज असाडे कोल पर विच फिकरां लाई कल पलक नू सोच अज मुफ्त गवाई हो संभल संभल सज नू ए बीते महारस पींदियां हर रस विच मत्ते खीवियां हर रंग हर कीरत चाहुंदियां ਭਾਈ ਵੀਰ ਸਿੰਘ ਜੀ ਨੇ ਸਿੱਖ ਕੌਮ ਚੋਂ ਖਤਮ ਹੁੰਦੀਆਂ ਜਾ ਰਹੀਆਂ ਕਦਰਾਂ ਕੀਮਤਾਂ ਨੂੰ ਵੇਖਦੇ ਹੋਏ ਨਾਟਕ ਲਿਖਿਆ ਰਾਜਾ ਲੜਕ ਦਾਤਾ। ਧੰਨ ਕਰਤਾ ਕੈਸੀ ਠੰਡੀ ਤੇ ਮਿੱਠੀ ਪੌਣ ਵਗਰੀ ਪਰ ਇਹ ਔਰਤ ਕੌਣ ਹੈ ਰੋ ਰਹੀ ਹੈ ਪਰ ਮੇਰੇ ਰਾਜ ਵਿੱਚ ਕੋਈ ਦੁਖੀਆ ਮੈਂ ਤਾਂ ਸਮਝਦਾ ਸੀ ਕਿ ਮੇਰੀ ਪਰਜਾ ਮੇਰੇ ਵਾਂਗ ਸੁੱਖ ਦੀ ਨੀਂਦ ਸੌਂਦੀ ਹੈ ਪਰ ਇਹ ਔਰਤ ਕਿਉਂ ਰੋ ਰਹੀ ਹੈ देखा तो सही गल की है हाय कैसी मुसीबत है आई मेरे लेखा ने पट्टी मिसाई जिसनू आदर से चार चुफेरे जिसनू लियाया सी बन के सेरे जोरे डोले ते सी बैठ आई पैदल तुरते सी नाल लुकाई अज पारू तराते है होई ओदा वहरू न बांधा कोई जिस माँ से डोले पाया आज उस बच्ची नु बुलाया जेरी सस करेंदे सी छंदे आज 100 देवे ओ मंदे हत्थे शावा करेंदे सी सारे आज हर एक पिया दुरकारे ए है जीवन मौतों बुरा है ए है जमता तिखा शुरा है दुख मिटदे नहीं हुन मिटा मैं ए नदी ते विखे आ लिटा मैं इस नदी में छाल मार के अपनी जान दे दियांगी रुक जा कक्की इंज नहीं करना हे मेरे लेखा दे पहरेदार क्यों किसे दुख
ਦੁਖੀਆਂ ਨੂੰ ਸੁੱਖ ਦੀ ਨੀਂਦ ਸੌਣ ਤੋਂ ਟੋਕਦਾ ਹੈ। ਜਾ, ਤੈਨੂੰ ਮੇਰੀ ਕੀ ਪਈ ਏ? ਆਤਮ ਘਾਤ ਪਾਪ ਹੈ ਕਾਕੀ, ਇਹ ਨਹੀਂ ਕਰਨਾ। ਪਾਪ ਆਤਮਸਾਰ ਜੀਵਨ ਪਾਪ ਹੈ। ਆਤਮ ਸਾਰ ਆਪ ਸਹੇੜ ਹੁੰਦਾ ਹੈ। ਕਾਇਰ ਇਸ ਨੂੰ ਦੂਰ ਕਰਨ ਦੀ ਹਿੰਮਤ ਨਹੀਂ ਰੱਖਦੇ ਤੇ ਆਪਣਾ ਆਪ ਸਾੜ ਬੈਠਦੇ ਨੇ। ਵਾਹ ਪੰਡਤ ਜੀ, ਇਹ ਅਪਾਦ ਧਰਤੀ ਏ, ਇਹ ਕਰਮਾ ਮਰੀ ਧਰਤੀ ਏ। ਪੰਡਤ ਤਾਂ ਸਾਰੇ ਨੇ, ਚਰਖੇ ਵੀ ਬ੍ਰਹਮ ਗਿਆਨ ਬੋਲਦੇ ਤੇ ਤਰਾਜੂ ਵੀ ਹਰ ਹਰ ਕਰਦੇ ਨੇ, ਪਰ ਕੀ ਕੋਈ ਕਾਇਰਤਾ ਦਾ ਲੱਕ ਬਣਾਉਣ ਵਾਲਾ, ਦੁਖੀਆਂ ਦੇ ਦੁੱਖ ਵੰਡਾਉਣ ਵਾਲਾ, ਸੱਚੀ ਮੁੱਚੀ ਦਾ ਦਰਦੀ ਬਿਸਤਰ ਤੇ ਉੱਤੇ ਹੈ? ਉਹ ਕਾਰ ਭਾਵੇਂ ਇਕੱਠੇ ਨੇ ਕਾਕੀ, ਦੱਸ ਮੈਂ ਤੇਰੀ ਕੋਈ ਮਦਦ ਕਰਾਂ? ਹੱਥ ਛੱਡ ਦੇ, ਡੁੱਬਣ ਦੇ, ਕਦੇ ਸੁੱਕੇ ਹਰੇ ਨਹੀਂ ਹੋਏ। ਗੁਰੂ ਜੀ ਕਹਿੰਦੇ ਨੇ ਸੂਕੇ ਕਾਸ ਹਰਿਆ। ਗੁਰੂ ਜੀ ਇਹ ਵੀ ਕਹਿੰਦੇ ਨੇ, ਨਾਨਕ ਦੁਖੀਆ ਬਾਵਲ ਹੋਈ, ਸਾਲਕ ਮਿਤਨਾ ਰਹਿਆ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਸਿੱਖ ਜਾਪਦੀ ਏ। ਹਾਂ, ਸਿੱਖਾਂ ਦੀ ਹੀ ਧੀ ਤੇ ਸਿੱਖਾਂ ਦੀ ਹੀ ਨੂੰਹ ਹਾਂ, ਪਰ ਪਿਛਲੇ ਜਨਮੋਂ ਸਿੱਖਿਆ ਨਾਲ ਲੈ ਕੇ ਨਹੀਂ ਆਈ ਸੀ। ਪਰ ਕਾਕੀ, ਤੂੰ ਸਿੱਖ ਹੋ ਕੇ ਵਿਧਵਾ ਜ਼ਿੰਦਗੀ ਕਿਉਂ ਭੋਗ ਰਹੀ ਹੈ? ਤੇ ਜੇ ਸਿੱਖ ਨੱਕ ਦੇ ਸਿੱਖ ਗੁਰੂ ਨਿਰਾ ਸਹੁੰ ਖਾਣ ਵਾਸਤੇ ਹੋਵੇ, ਫਿਰ ਰਾਜਾ ਪਾਸ ਫਰਿਆਦ। ਰਾਜਾ ਪਾਸ? ਕਿਸ ਰਾਜਾ ਪਾਸ? ਡੁੱਬੀ ਤੱਕ ਜੇ ਸਾਹ ਨਾ ਆਇਆ। ਆਖਰ ਫਰਿਆਦ ਤਾਂ ਪਹੁੰਚਦੀ ਹੈ। ਰੱਬ ਜੋ ਸਭ ਤੋਂ ਉੱਚਾ ਹੈ, ਉੱਥੇ ਭਾਵੇਂ ਕੋਈ ਪਹੁੰਚ ਸਕਦਾ। ਸੱਪਾਂ ਦੇ ਘਰ ਚੰਦਨ ਕੋਲ ਪਹੁੰਚ ਸਕਦਾ, ਰਾਜੇ ਕੋਲ ਪਹੁੰਚ ਬਹੁਤ ਕਠਨ। ਜਿਸ ਦੇ ਸੌਣ ਦਾ ਪਲੰਗ 7ਵੀਂ ਅਟਾਰੀ ਤੇ, ਜਿਸ ਦੇ ਦਰਬਾਨ ਤੇ ਕੁੱਤੇ ਗਰੀਬਾਂ ਦਾ ਪੱਲਾ ਧਰੂਹਣ ਲਈ ਬੈਠੇ ਹਨ, ਉੱਥੇ ਪਹੁੰਚ ਸਾਡੀ ਅਨਾਥਾਂ ਦੀ। ਕੀ ਗੱਲ, ਰਾਜਾ ਫਰਿਆਦ ਨਹੀਂ ਸੁਣਦਾ? ਭੋਲਿਆ, ਜਿਨ੍ਹਾਂ ਦੀਆਂ ਆਪਣੀਆਂ ਰਾਣੀਆਂ ਰਾਤਾਂ ਤਾਰੇ ਦੇਖ ਦੇਖ ਕੱਟਣ, ਉਹ ਕਿਸੇ ਦਾ ਕੀ ਦਰਦ ਵੰਡਣ? ਕਿਉਂ ਬਈ? ਰਾਜੇ ਰਾਜ ਭੋਗਣ ਆਉਂਦੇ ਨੇ, ਜਾਂ ਦੁਖੀਆਂ ਦੇ ਦਰਦ ਵਧਾ ਕੇ ਉਹਨਾਂ ਦਰਦਾਂ ਦਾ ਭਾਰ ਆਪਣੇ ਸਿਰ ਲੈਣ ਆਉਂਦੇ ਨੇ। ਰਾਜਿਆਂ ਨੂੰ ਸੈਰ, ਸ਼ਿਕਾਰ, ਤਮਾਸ਼ੇ ਥੋੜੇ ਨੇ ਜਿਹੜੇ ਦੁਖੀਆਂ ਦਾ ਦੁੱਖ ਫਰੋਲਣ ਲਈ ਸਮਾਂ ਕੱਢਣ ਤੇ ਬੋਲੇ ਹੋਈ ਫਿਰਨ। ਤੂੰ ਭੁੱਲਦੀ ਪਈ ਹੈ ਕਾਕੀ, ਇਸ ਰਾਜ ਦੇ ਰਾਜਾ ਦੀ ਤਾਂ ਆਪ ਫਿਰਦੇ ਨੇ, ਲੋਕਾਂ ਦਾ ਦੁੱਖ ਸੁੱਖ ਵੇਖਦੇ ਨੇ, ਤੇ ਜੇ ਕਿਸੇ ਨੂੰ ਕੋਈ ਦੁੱਖ ਹੋਵੇ ਤੇ ਉਹਦਾ ਦੁੱਖ ਆਪਣਾ ਦੁੱਖ ਸਮਝ ਕੇ ਵਡਾਉਂਦੇ ਨੇ। ਮੈਂ ਤਾਂ ਨਹੀਂ ਸੁਣਿਆ। ਨਹੀਂ ਸੁਣਿਆ? ਚੰਗਾ ਹੋ, ਛੱਡੋ, ਦਿਨ ਨਿਕਲ ਗਿਆ ਹੈ, ਮੇਰਾ ਪੈਂਡਾ ਖੋਟਾ ਪੈਂਦਾ ਹੈ। ਦੇਖ ਕਾਕੀ, ਮੈਂ ਤੇਰਾ ਪਿਤਾ ਵਾਂ ਤੇ ਤੂੰ ਮੇਰੀ ਧੀ। ਚੱਲ ਘਰ ਚੱਲ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਆਪ ਦੀ ਹਮਦਰਦੀ ਦੇ ਸਦਕੇ ਮੇਰਾ ਦੁੱਖ ਦੂਰ ਹੋਣ ਵਾਲਾ ਨਹੀਂ ਹੈ। ਮੇਰੇ ਤੇ ਯਕੀਨ ਕਰ ਕਾਕੀ, ਤੇਰਾ ਦੁੱਖ ਰਾਜਾ ਆਪ ਦੂਰ ਕਰੇਗਾ। ਇਹ ਗੱਲ ਸੱਚ ਹੈ ਕਿ ਰਾਜਾ ਆਪਣੇ ਰਾਜ ਦੀ ਜਨਤਾ ਤੋਂ ਬੇਫਿਕਰ ਰਿਹਾ ਹੈ। ਉਸ ਗਰੀਬ ਨੂੰ ਇਹ ਪਤਾ ਹੀ ਨਹੀਂ ਕਿ ਉਹਦੀ ਪਰਜਾ ਮਰ ਰਹੀ। ਕਾਕੀ, ਤੂੰ ਆਪਣੇ ਘਰ ਚੱਲ। ਸਿਰ ਤੇ ਕੇਸਾਂ, ਮੈਂ ਸਿੱਖ ਜਾਣ ਕੇ ਤੇਰਾ ਇਤਬਾਰ ਕਰਦੀ ਆ, ਇਹਨਾਂ ਕੇਸਾਂ ਦੀ ਲਾਜ ਰੱਖੀ। ਹਾਂ ਕਾਕੀ, ਚੱਲ ਆਪਣੇ ਘਰ ਚੱਲ। ਕੈਸੀ ਪੈ ਗਈ ਹੈ ਰਾਤ ਕਾਲੀ, ਅਮਾਵਸ ਦੇ ਕੂੜ ਦੀ, ਚੰਦਾ ਪਾਵੇ ਨਾ ਚਾਹ, ਕਿੱਥੇ ਗਿਆ ਸੱਚ ਦਾ ਨਸ ਕੇ, ਸਿੱਖੀ ਹੋਈ ਖੁਆ, ਕੋਈ ਰਾਖਾ ਰਿਹਾ ਨਾ ਜਾਗਦਾ, ਖੇਡੀ ਖਾਂਦੀ ਏ ਹਵਾ, ਰਾਖੇ ਕਰਨ ਚੋਰੀਆਂ। ਹੁਣ ਕਾਹਦੀਆਂ ਅਦਾਲਤਾਂ? ਕਿਉਂ ਬਈ, ਕੀ ਗੱਲ ਹੋ ਗਈ? ਸਰਦਾਰ ਜੀ ਆ ਸਾਹਮਣੇ ਵੇਖੋ, ਪੱਠੇ ਨਾ ਦੇਣ ਤੇ ਧਰਮ ਦੀ ਮੂਰਤ ਮਾਰਿਆ ਗਿਆ ਜੇ। ਜਿਹੜਾ ਝੂਠ ਨਾ ਬੋਲੇ, ਬਾਣੀ ਪੜੇ, ਕੀਤੀ ਨਾ ਦੁਖਾਵੇ, 2 ਵਰੇ ਕੈਦ। ਹੁਣ ਕਾਹਦੀਆਂ ਅਦਾਲਤਾਂ ਤੇ ਕਾਹਦੇ ਨਿਆਂ? ਤੇ ਤੁਸੀਂ ਰਾਜਾ ਦੀ ਪਾਸ ਫਰਿਆਦ ਕਰਨੀ ਸੀ। ਰਾਜਾ ਜੀ ਸੁਣਨ ਵਾਲੇ ਹੁੰਦੇ ਤਾਂ ਝੋਰਾ ਹੀ ਕਾਹਦਾ ਸੀ। ਅੱਛਾ, ਤੁਹਾਡੇ ਪਿੰਡ ਦਾ ਨਾਂ ਕੀ ਹੈ? ਤੁਹਾਡੇ ਥਾਣੇਦਾਰ ਦਾ ਕੀ ਨਾਂ ਹੈ? ਇਹ ਸਿੰਘ ਦਾ ਨਾਂ ਕੀ ਹੈ? ਪਿੰਡ ਦਾ ਨਾਮ ਮੁਰਾਦਪੁਰਾ ਹੈ, ਥਾਣੇਦਾਰ ਲਾਜ ਬੇਗ ਹੈ, ਤਹਿਸੀਲਦਾਰ ਲੋਭ ਲਹਿਰ ਦਾਸ ਹੈ, ਤੇ ਇਸ ਸਿੰਘ ਦਾ ਨਾਂ ਧਰਮ ਸਿੰਘ ਹੈ। ਇਹ ਸਾਡੇ ਪਿੰਡ ਦਾ ਹੀਰਾ ਹੈ, ਹਾਂ ਸੱਚੀ। ਤੇ ਹਾਕਮ ਦਾ ਨਾਂ ਆਲਮਪਟ ਸਿੰਘ ਹੈ। ਚੰਗਾ ਢੋ ਟੁੱਕਾ ਹੈ। ਚੰਗਾ ਸਿੰਘ ਜੀ, ਜੋ ਭਾਵੇਂ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਗਫਲਤ ਬੁਰੇ ਫਲ ਲਿਆਈ, ਮੇਰੀ ਭੁੱਲਾਂ ਦੀ ਵਾੜੀ ਖੇੜਿਆਈ, ਦੁੱਖ ਫੈਲਿਆ ਚਾਰ ਚੁਫੇਰੇ, ਸੁੱਖ ਮਾਰਿਆ ਨਾ ਹਾਏ ਮੇਰੇ। ਇੱਕ ਪੰਥ ਸੀ ਸਿਖਰੋਂ ਨਿੱਗਾ, ਦੂਜਾ ਪਰਜ਼ਾ ਦਾ ਰੁੜ ਗਿਆ ਚੁੱਕਾ। ਤਦ ਕੀ ਇੱਥੇ ਵਿਗੜੀ ਹੈ ਤਾਣੀ, ਊਠ ਹਵਾ ਹੀ ਸਾਰਾ ਗਿਆ।
दोष है सारा ही मेरा, जिसने कदे कीता ही नहीं फेरा। होके सेवक ना मत संभाली, होके मालक ना मैं प्रजा पाली। वो मत गुरु दी लुट्टी दिन दिहाड़े, मेरे कितिया पै गए पाड़े। ਹਾਏ 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 की गल है माई, की गल होगी? ਵੇ ਵੀਰਾ ਮੈਂ ਲੁੱਟੀ ਗਈ ਲੋੜਾ ਵੇ ਮੈਂ ਰੁੜ ਗਈ पर होया की माई? ਵੇ ਦੋਤੀ ਸਿਰੋਂ ਨੰਗੀ ਨਖਾਫੜੀ ਦਾ ਇੱਕੋ ਇੱਕ ਪੁੱਤ ਅੱਜ ਪੱਤੀਦਾਰਾਂ ਨੇ ਪਾਣੀ ਦੀ ਵਾਟੋ ਕੁੜਸ ਕੇ ਮਾਰ ਕੱਤਿਆ मारी क्या? ਮੈਂ ਨਹੀਂ ਮੋਇਆ ਤੇ ਮਰ ਜਾਊ पर तेरा पुत है किथे? ਵੀ ਆ ਵੇਖ ਮੰਜੇ ਤੇ ਪਾ ਕੇ ਹਸਪਤਾਲ ਲੈ ਕੇ ਚੱਲੇ ਆ ਸਿਪਾਹੀ ਮਗਰ ਪਏ ਆਉਂਦੇ ਨੇ ते मारने वाले किथे ने? ਭੱਜ ਗਏ भज गए? ਬੁੜੀਏ ਇੱਥੇ ਹੀ ਖੜੀ ਐ। मैं ही खिला रहा, दस की गल हुई है? ਪਾਣੀ ਲਾਉਣ ਲੱਗੇ ਲੜ ਪੈ। ਇਹਦਾ ਮੁੰਡਾ ਕੱਲਾ ਸੀ ਤੇ ਦੂਏ ਬਾਲੇ ਸਨ। ਛਵੀਆਂ ਨਾਲ ਉਡਾ ਕੱਢਿਆ ਹੈ। बचेगा कि नहीं? ਨੀਤ ਤਾਂ ਹੈ ਪਰ ਸਿਰ ਦੀ ਸੱਟ ਕਰੜੀ ਹੁੰਦੀ ਹੈ। ਪਰ ਡਾਕਟਰ ਸਿਆਣਾ ਹੈ। ਚਲੋ ਇੱਕ ਅੱਧਾ ਆਦਮੀ ਤਾਂ ਰੱਬ ਦੇ ਭੈ ਬੜਾ ਸਾਡੇ ਵੀ ਆ ਗਿਆ। ये मारने वाले कौन सन? ਹੋਰ ਕਿਸੇ ਚ ਸਾਹ ਸੱਤਿਆ ਰਹਿ ਗਈ ਹੈ। ਡਾਕੇ ਤੇ ਖੂਨੀਆ ਸਰਹੱਦ ਦੇ ਪਠਾਨ ਜਾਂ ਮਾਝੇ ਮਾਲਵੇ ਦੇ ਖਾਲਸਾ ਬਹਾਦਰ। है डाके ते खून दे नाल सिखा दा ना जुड़ गया। ਕਰਤੂਤਾਂ ਜੋੜਦੀਆਂ ਹਨ ਕਿ ਘਰ-ਬਾਰ ਛੱਡ ਬਾਹਰ ਗਏ। ਉੱਥੇ ਜਾ ਕੇ ਵੀ ਕਿਹੜਾ ਟਲੇ ਹਨ। विद्या दे घाटे ਤੇ ਸਿੱਖਾਂ ਪੜ ਕੇ ਵੀ ਕੀ ਸਵਾਰਿਆ ਹੈ। क्यों भी की गल? ਲੜਾਈ ਸਿੱਖਾਂ ਦੀ ਲਾੜੀ ਹੈ। ਜੇ ਵੈਰੀ ਬਾਹਰੋਂ ਆ ਪਵੇ ਤਾਂ ਲੜਾਈ ਬਾਹਰ ਆ ਗਈ ਤੇ ਸਿੱਖਾਂ ਰਲ ਕੇ ਮਾਰ ਲਿਆ। ਤੇ ਜੇ ਬਾਹਰ ਲੋੜ ਨਾ ਪਈ ਲੜਾਈ ਅੰਦਰ। ਖਾਲਸਾ ਸੋਜੋ ਕਰੇ ਨਿਤ ਜੰਗ, ਭਾਵੇਂ ਵੈਰੀ ਭਾਵੇਂ ਸੱਜਣ ਨਾਲ। भाई संतरी, तेरी राय सिखा बारे बड़ी खराब है। ਗੱਲ ਹੀ ਠੀਕ ਹੈ ਜੀ। ਮੈਂ ਕੋਈ ਝੂਠ ਤਾਂ ਨਹੀਂ ਆਖਦਾ। ਨਾਲੇ ਆਪ ਕਿਹੜਾ ਮੈਂ ਨਾਡੂ ਖਾ ਸ਼ਰਾਫ ਹਾਂ। ਮੈਂ ਵੀ ਤੇ ਇਸ ਗੱਲ ਦੀ ਮੁਕਾਲੀ ਭੇਡ ਹਾਂ। की गल सिख तो भेड़? ਸਿੰਘ ਜੀ ਸਿੰਘਿਓ ਦੇ ਸਮੇਂ ਲੰਘ ਗਏ। ਹੁਣ ਤਾਂ ਸੀ ਵਸਦਾ ਹੈ ਵਿੱਚ ਅਜਣਾ ਦੇ ਵਾਂਗ ਬੱਕਰੀ ਬੋਲੀਆਂ ਪਾਵਦਾ ਹੈ। ਲੜਦਾ ਕੁੱਕੜ ਵਾਂਗ ਕਾ ਪਿਛੀ ਬਿੱਜੂ ਵਾਂਗ ਕੁਦਾਬ ਨੂੰ ਖਾਵਦਾ ਹੈ। ਛਲੀਆ ਲਪਟ ਲੂੰਬੜੀ ਵਾਂਗ ਹਾਥੀ ਸਪਣੀ ਵਾਂਗ ਖੁਦਗਰਜ਼ ਦਿਸਾਵਦਾ ਹੈ। ਹੁਣ ਤਾਂ ਗਿੱਦੜੋ ਹੋਇਆ ਨਖਿੱਦ ਰਿਹਾ ਬਸ ਨਾਉ ਦਾ ਸਿੰਘ ਸੰਦਾਵਦਾ ਹੈ। ਜਿਸ ਦੀ ਤਾਕ ਤੇ ਕਾਬਲ ਕੰਧਾਰ ਕੰਬੇ ਸਿਖੜਾ ਆਖ ਕੇ ਲੋਕ ਬੁਲਾਵਦੇ ਹੁਣ। ਜਿਸ ਦੇ ਧਰਮ ਨੇ ਤਰਤ ਅਹਲ ਕੀਤੀ ਜੇਲ ਖਾਨਿਆਂ ਲੋਕ ਬੁਲਾਵਦੇ ਹੁਣ। ਡੁੱਬਦੇ ਪਾਰ ਕੀਤੇ ਜਿਸ ਹੱਥ ਦੇ ਕੇ ਤਰਿੰਗ ਚੱਪਣੀ ਉਸ ਜਵਾਬ ਦੇ ਹੁਣ। ਰਿਸ਼ੀ ਵੀਰ ਤੇ ਨਹੀਂ ਹੈ ਉਪਕਾਰੀ ਸਿੰਘ ਨਾਉ ਦਾ ਸਿੰਘ ਸੰਦਾਵ ਦੇ ਹੁਣ। ਵੇ ਵੀਰੋ ਵੇ ਆ ਬੋਲੀਆਂ ਫੇਰ ਪਾ ਲਿਆ ਜੇ ਵੇ ਮੇਰਾ ਨਮਾਣੀ ਦਾ ਤੇ ਇੱਕੋ ਇੱਕ ਬੇੜਾ ਸ਼ੋ ਦਰਿਆ ਚ ਰੁੜਿਆ ਜਾਂਦਾ ਜੇ मैं भुल गया सी माई। जा संतरी माई नू ना लेके जा, हो सकदा राजे नू खबर हो जाए ते एदे पुੱਤ ਦਾ भी भला हो जाए। ਵੇ ਜਾ ਵੀਰਾ ਆਪਣੇ ਘਰ ਸੌ ਜਾ ਕੇ ਰਾਜਾ ਜੀ ਦੇ ਕੰਮ ਨਾ ਹੋਏ ਸਿਆਹੀ ਚੱਟ ਕਾਗਜ਼ਾਂ ਦੇ ਪਰਦੇ ਹੋ ਗਏ ਜੋ ਹਵਾ 'ਚ ਨਮੀ ਚੂਸ ਲੈਣਗੇ सच सच है अंधेर जी, अंधेर कैसा छा गया। पंथ दूल्हा मुक्त वाला कांप कैसी खा गया। जो वीर वीर को आवदा अपना भरावो वारदा। हुन वट तो खिच डांग मारे वीर पार बुलावदा। जो संगता ला बैठदा दीवार सोहणे जोड़दा। ਹੁਣ ਭਰ ਰਿਹਾ ਹੈ ਜੇਲ੍ਹ ਖਾਨੇ ਜਾਂ ਕਲਾਲਾ ਲੋੜਦਾ। ਸਾਂਝੀ ਮੁਸੀਬਤ ਆਣ ਪਈ, ਸਾਂਝੇ ਦੁੱਖਾਂ ਨੇ ਘੇਰਿਆ। ਸਾਂਝੀ ਅਕਲ ਦੀ ਲੋੜ ਹੈ ਜੇ ਚਾਹੇ ਫਾਸਾ ਫੇਰੇ। ਸਾਂਝੀ ਸਮਰੱਥਾ ਲੋੜੀਏ ਸਾਂਝੇ ਦੁੱਖਾਂ ਦੇ ਚੱਲਣ ਨੂੰ। ਇੱਕ ਜਾਨ ਹੀਲਾ ਲੋੜੀਏ ਸਾਂਝੇ ਸਫ਼ਰ ਦੇ ਚੱਲਣ ਨੂੰ। ਭਾਈ ਵੀਰ ਸਿੰਘ ਜੀ ਦੀ ਪ੍ਰਸਿੱਧ ਕਾਵਿ ਰਚਨਾ ਫੁੰਡਿਆ ਤੋਤਾ। ਚਿੱਲੇ ਚਾਰ ਗੁਲੇਲ ਜੇ ਮਾਰਨੀ ਸੀ
ਬਾਗਬਾਨਾ ਕਾਨੂੰ ਬਾਗ ਲਾਉਣਾ ਸੀ ਖਿੜੇ ਖੋਸ਼ੇ ਦੇ ਪੱਕੇ ਮੇਵਿਆਂ ਤੇ ਅਰਸ਼ੋਂ ਉੱਡ ਕੇ ਪੰਛੀਆਂ ਨੇ ਆਉਣਾ ਸੀ ਵੇਖ ਪੱਕਦੀਆਂ ਰੱਬੀ ਨਿਆਮਤਾਂ ਨੂੰ ਲੋੜਵੰਦਾ ਲੈਣ ਨੂੰ ਧਾਵਣਾ ਸੀ ਚਾਓ ਭਰੇ ਘਰ ਆਇਆਂ ਨੂੰ ਮਾਰਨਾ ਸੀ ਇੱਕੇ ਮਾਰ ਗੁਲੇਲ ਪਟਕਾਉਣਾ ਸੀ ਤੁਸਾਂ ਲਈ ਨਾ ਸਾਸੀ ਬਾਗ ਲਾਇਆ ਨਿਉਤਾ ਘੱਲ ਨਾ ਤੁਸਾਂ ਅਣਵਾਇਆ ਸੀ ਹੋ ਕਰਨ ਖੜੋਤੇ ਦਿਨ ਰਾਤ ਰਾਖੇ ਤੁਸਾਂ ਗਥਰ ਨਾ ਕੁਝ ਲਿਆਇਆ ਸੀ ਇਸ ਵਾਸਤੇ ਲੱਗੀ ਗੁਲੇਲ ਗਿੱਟੇ ਭਾਵੇਂ ਤੁਸਾਂ ਨੂੰ ਪਟਕਾਇਆ ਸੀ ਭਾਵੇਂ ਕੀਤੇ ਦਾ ਅਜੇ ਤੂੰ ਤੋਤਿਆ ਵੇ ਦੋਸ਼ ਅਸਾਂ ਤੇ ਕਾਸੂ ਲਾਇਆ ਸੀ ਕੋਈ ਟੋਪ ਸੀ ਟੋਪ ਬਣਵਾਉਣਾ ਸੀ ਉੱਤੇ ਬਾਗ ਦੀ ਉਹ ਬਣਵਾਉਣਾ ਸੀ ਕਰਨਾ ਬੰਦ ਸੀ ਰਾਹ ਪੰਛੀਆਂ ਦਾ ਮੁੜ ਕੇ ਫੇਰ ਨਾ ਕਦਾ ਨੇ ਆਉਣਾ ਸੀ ਮੂਰਖ ਪੰਛੀਆ ਕੁਝ ਨਾ ਸਾਰ ਤੈਨੂੰ ਬਾਗ ਆਦਮੀ ਵਾਸਤੇ ਲਾਉਂਦੇ ਆ ਫਲ ਪੱਕੇ ਤੋੜ ਕੇ ਘੱਲਦੇ ਆ ਮੰਡੀ ਸ਼ਹਿਰ ਦੇ ਵਿੱਚ ਪਹੁੰਚਾਉਂਦੇ ਆ ਪਾਣ ਤੋਤਿਆ ਰੌਲਾ ਤੇ ਸ਼ੋਰ ਇੱਥੇ ਤੌਣ ਸੁੱਟਤੇ ਤਰਾ ਸਮਾਵੀ ਹਾਂ ਇਸ ਆਦਮੀ ਤੋਂ ਆਸ ਰੱਖ ਨਹੀਂ ਕਰੂ ਪਿਆਰ ਤੇ ਹੁਬ ਵਰਨਾ ਵੀਰਾ ਚੱਪੇ ਚੱਪੇ ਦੇ ਇਹਨਾਂ ਨੇ ਚੀਰ ਲਾਏ ਵੀਰ ਵੀਰ ਤੋਂ ਵੱਖ ਵਿਖਾ ਵੀਰਾ ਤੇਰੇ ਜਿਹੇ ਮਜਲੂਮ ਆਨੰਦ ਮੋਏ ਮੇਰੇ ਜਿਗਰ ਵਿੱਚ ਕਬਰ ਅਮਨ ਵੀਰਾ ਧਰਤੀ ਇਸ ਤੋਂ ਜ਼ੋਰ ਜਰਵਾਣਿਆਂ ਦਾ ਕਾਦਾ ਹੱਕ ਤੇ ਕਾਦਾ ਨਿਆਂ ਵੀਰਾ ਇਸ ਚਾਉ ਤੇ ਪਿਆਰ ਦੇ ਖੰਭ ਲਾ ਕੇ ਉੜਦਾ ਕੌਣ ਹੈ ਅਰਸ਼ਾਂ 'ਚ ਜਾ ਵੀਰਾ है न तेरी कसम है न बीमार है न तेरी कसम है न बीमार बिछोड़ न तेरी कसम है न बीमार खिंच ਹਾਏ ਨਾ ਕਰੀਕ ਸਾਨੂੰ ਹਾਏ ਵੇ ਨਾ ਮਾਰ ਖਿੱਚ ਹਾਏ ਨਾ ਵਿਛੋੜ ਕੱਲ ਲੱਗਿਆਂ ਨੂੰ ਪਾਪੀਆ ਹਾਏ ਨਾ ਤੁਨਕੇ ਮਾਰ ਖਿੱਚ ਨਾ ਫਟਕੇ ਦੇ ਦੇ ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆ ਮੇਰੇ ਹਟਕਾ ਨਹੀਂ ਸਕਾ ਨਾ ਖੜੋ ਪੈਰੀ ਸੱਜਣ ਗਲੋਂ ਟੁੱਟ ਹੋ ਜਾ ਸਾਈਕਲਾਪੀਆ ਪਿਆਰੇ ਨਾ ਵਿਛੋੜੀਏ ਵੇ ਮੇਰੇ ਨਾਲ ਖੇੜੀਏ ਵੇ ਆਸਰੇ ਨਾ ਤੋੜੀਏ ਵੇ ਆਪ ਪਾੜੀਏ ਨਾ ਜੋੜੀਆਂ मसाले में खिजिया अटका जी मसाले में खिजिया अटका जी ਵਿਥਾਂ ਵਾਲੀ ਜੱਗ ਵਿੱਚ ਵਿਥਾਂ ਪਈਆਂ ਚੱਪੇ ਚੱਪੇ ਹੱਡੇ ਅੱਡ ਸਭ ਹੋਈ ਜੋੜੀਆਂ ਨੇ ਥੋੜੀਆਂ ਵਿਥਾਂ ਬੇਟ ਇੱਕ ਹੋਏ ਉਹਨਾਂ ਵੇਖ ਹੀ ਜਾਵੇ ਬਾਹੀ ਗੱਲ ਲਿਪਟੀਆਂ ਨਾ ਚਾਹੀਏ ਕਦੇ ਤੋੜੀਆਂ होए ना तेरी कसम ना बीमार खिंच हाँ ना तेरी कसम ना बीमार खिंच हाँ ना तेरी कसम ना बीमार ਧਰਤੀ ਗੋਦ ਬਣਾਈ ਮੈਂ ਇਸ ਵਿੱਚ ਖੇਡਿਆ ਮਿੱਟੀ ਜੜਾ ਗਡਾਈ ਮੈਂ ਭੋਜਨ ਖਿੱਚਿਆ ਰੱਜ ਰੱਜ ਪੀਤਾ ਨੀਰ ਮੈਂ ਆਡੋ ਵਗਦੀ ਹੋਇਆ ਮੈਂ ਨਮਕੀਰ ਤੇ ਤਰੇਲਾ ਚੱਖੀ ਬੱਦਲ ਅਰਸ਼ੋ ਸੱਜ ਮੈਂ ਪਾਣੀ ਖਿੱਚਿਆ ਨਾਤਾ ਮੈਂ ਰੱਜ ਰੱਜ ਤੇ ਨਾ ਨਿਕਰਿਆ ਸੂਰਜ ਪਾਸੋਂ ਤੂੰ ਮੈਂ ਕਿਰਨਾਂ ਲਿੱਤੀਆਂ ਨਿੱਕੀ ਕੀਤੀ ਰੂਹ ਮੈਂ ਵਧਿਆ ਮੋੜਿਆ ਚਾਨਣ ਤੇ ਨਿੱਕ ਕੱਢ ਮੈਂ ਲਿੱਤਾ ਧੁੱਪ ਤੋਂ ਲਿਆ ਆਪ ਵਿੱਚ ਕੱਢ ਉਹ ਮਾਨੋ ਧੁੱਪ ਮੈਂ ਤਾਣ ਚਾਂਦਨੀ ਸ਼ਾਲ ਸੁੱਤਾ ਮੈਂ ਰਾਤ ਨੂੰ ਡਲਕ ਤਾਰਿਆਂ ਨਾਲ ਮੈਂ ਲਈਆਂ ਲੋਰੀਆਂ ਨੇਰਾ ਲਿਆ ਬਿਠਾਲ ਮੈਂ ਪਹਿਰੇਦਾਰ ਸੀ
कोई ना दे उठान। फिर मैं सारा ही खिड़ पिया। मैं क्या मुश्क मचाई ते लपटा छड्डियां ते हुण जद लपट बुहाई मैं डुल डुल पै रिहा। अनहोंदा आप वंडाए मैं वंडिया जा रहा, मैं वंडिया जा रहा। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੰਤ ਮਹੇਲੀ ਦਾ 12ਵਾਂ ਲਮੇਰੀ ਕਵਿਤਾ 1952 ਵਿੱਚ ਲਿਖੀ। ਇਸ ਵਿੱਚ ਆਤਮਾ ਤੇ ਪਰਮਾਤਮਾ ਦੇ ਪ੍ਰੇਮ ਤੇ ਵਿਛੋੜੇ ਨੂੰ ਬਿਆਨ ਕੀਤਾ ਗਿਆ ਹੈ। चढ़ पिया चेत सुहावा मिठियां वगन हवाएं बाकी खिड़ियां बहारां खुशियां डुल डुल पईयां कोई कूच त्यारी कंतो आन सुनाई हत्थां दे उड़ के तोते दिल दियां दिल विच रहियां। हाय चेतर महीने कंतो कीती त्यारी लिते तरले बथेरे मेरी पेश न गई। चढ़ पिया घोड़े ते माही बन के ढोल सिपाही तुर गया दूर महिमी मैं विच डूबा दे पई। ਰੋਂਦੇ ਆ ਗਈ ਵਿਸਾਖੀ ਸਾਨੂੰ ਚਾਹ ਨਾ ਕੋਈ ਕਰ ਕਰ ਸੀਰੇ ਤੇ ਮੰਡੇ ਚੁੱਲ੍ਹੇ ਅੱਗ ਨਾ ਪਈਆ। चढ़ पे ਚੜ ਪਿਆ ਜੇਠ ਵੇ ਕੰਤਾ ਤਪੀਆਂ ਭੋਵਾਂ ਦੇ ਵਾਵਾਂ ਅੰਦਰ ਦੁਖਦਾ ਵਿਛੋੜੇ ਛੇਜੇ ਲੁਚ ਲੁਚ ਰਹੀਆਂ। ਜੇਠਾ ਅਰਜਾਹਾਂ ਕਰਦੀ ਤਾਤੀ ਵਾਵ ਦਾ ਝੋਲਾ ਲੱਗੇ ਸਾਈ ਨਾ ਦਈਆ। ਚੜਿਆ ਹਾੜ ਮਹੀਨਾ 12 ਭੱਟ ਤਪੈਂਦੇ ਲੈਂਦੇ ਕਾਵਾਂ ਤੇ ਚਿੜੀਆਂ ਮੈਂ ਵੱਧ ਸਹਿਕਦੀ ਪਈਆਂ। ਇੱਕ ਦੁੱਖ ਆਪਣਾ ਵਿਛੋੜਾ ਦੂਜਾ ਚਿੰਤਾ ਮਾਹੀ ਦੀ ਘੁੱਟ ਸਬਰਾਂ ਦੇ ਪੀਪੀ ਮੈਂ ਵਿੱਚ ਹਵਿਆਂ ਦੇ ਪਈਆਂ। ਤੇਰੇ ਵੀਰਾਂ ਤੇ ਛਾਤੇ ਜਦੋਂ ਜਾਂਦੇ ਨਹੀਂ ਧੁੱਪੇ ਤੈਨੂੰ ਤੁਰਦਿਆਂ ਨੂੰ ਛਤਰੀ ਮੈਂ ਕਾਹਨੂੰ ਲੈਣਾ ਦਈਆਂ। ਚਾਇਆ ਮਹਿਰਾਂ ਦੀ ਪਾਈ ਮੇਰਿਆ ਸੋਹਣਿਆ ਰੱਬਾ ਮਾਹੀ ਦੇਸ਼ ਜੋ ਗਰਮੀ ਪੈਂਦੀ ਲੈ ਲੈ ਕੇ ਝਈਆਂ। ਸਈਆਂ ਪਿੰਗਾਂ ਨੇ ਪਾਈਆਂ ਸੂਲਾ ਵੱਜਣ ਕਲੇਜੇ ਚਿੱਕੀ ਮੰਜੀ ਤੇ ਪਈਆਂ। ਸਈਆਂ ਟੁੰਬਦੀਆਂ ਆ ਉਠਨੀ ਸਾਵੇਂ ਨਹੀਂ ਆਏ ਅੰਨਿਓ ਮਾਹੀ ਵਿਹੋੜੀ ਦੁੱਖਾਂ ਮਾਰ ਮੁਕਾਈਆਂ। ਤੁਰ ਗਿਆ ਦੇਸ਼ ਵਿਦੇਸ਼ੀ ਛੱਡ ਕੇ ਹਾਏ ਇਕੱਲੀ ਰੋ ਰੋ ਹੋਈ ਹਾਂ ਚੱਲੀ ਜਿਉਂਦੀ ਕਾਨੂੰ ਹਾਂ ਰਹੀਆਂ। आ गया भादो महीना रातां कालियां आईयां उठते बदल भी काले कड़कां बिजली दियां पईयां तेनू साईं दियां रखां जिथे होवे तू कंता हुण पर मोड़ मुहारा मार दर्दां ने लईयां।
ਨਾ ਜਾਵਣ ਧੁੱਪਾਂ ਡਾਢੀਆਂ ਦਿਨ ਨੂੰ ਤੇਰੇ ਫਿਕਰੀ ਮੈਂ ਪਈਆਂ ਜਿਹੜੇ ਦੇਸ ਤੂੰ ਮਾਹੀ ਸ਼ਾਲਾ ਧੁੱਪ ਨਾ ਪਾਵੀ ਮਾਇਆ ਮੋੜ ਲੈ ਵਾਗਾਂ ਤੇਰੇ ਸਦਕੇ ਹੋ ਰਹੀਆਂ ਆ ਜਾ ਵੇ ਕੰਤਾ ਆਕੇ ਦੇਖ ਪਿਆਰੀ ਤੇਰੇ ਗਮ ਨੇ ਨਿਚੋੜੀ ਰੱਤੀ ਰਾਤ ਨਾ ਰਹੀਆਂ ਛੜਿਆ ਕੱਤਕ ਮਹੀਨਾ ਘਰ ਘਰ ਜਗਦੇ ਨੇ ਦੀਵੇ ਰੋ ਰੋ ਪਿਛਦੀ ਏ ਅੰਗੀ ਤਾਨੇ ਦਿੰਦੀਆਂ ਸਈਆਂ ਤੇਰਾ ਕੰਤ ਅਨੋਖਾ ਨੀ ਪਰਦੇਸ ਗਿਆ ਏ ਕਈਆਂ ਹੋਰਾਂ ਦੇ ਗਏ ਖੇਡਣ ਸਾਰੀਆਂ ਪਈਆਂ ਕਿਸਨੂੰ ਆਖ ਸੁਣਾਵਾਂ ਮੇਰੀ ਪ੍ਰੀਤ ਅਵੱਲੀ ਵਿਛੜ ਜੂ ਹੀ ਨਾ ਸਕਾਂ ਦਿਸਦੀ ਜਿਉਂਦੀ ਕਿਉਂ ਪਈਆਂ ਸੋਹਣੀ ਰੁੱਤ ਗੁਲਾਬੀ ਖਾਵਨ ਪੀਵਨ ਹੰਡਾਵਨ ਸਭ ਕੁਝ ਚੰਗੇਰਾ ਮਾਨਨ ਸਾਰੀਆਂ ਸਈਆਂ ਮੈਨੂੰ ਭਾਵੇਂ ਨਾ ਮੁੱਲੋ ਬਾਜੋ ਕੰਤ ਪਿਆਰੇ ਖਿੱਚਾਂ ਪੈਣ ਅਗੰਮੀ ਹਲਾ ਹੋਲਾ ਖਾ ਲਈਆਂ ਰੋਂਦਿਆਂ ਮੱਗੜਿਆ ਪਹੁੰਚਾ ਰੁੱਤਾਂ ਠੰਡੀਆਂ ਆਈਆਂ ਭਰਾਏ ਲੇਫ ਤੁਲਾਈਆਂ ਕੰਤਾਂ ਵਾਲੀਆਂ ਸਈਆਂ ਟੱਠੀ ਕੂੰਜ ਜਿਉਂ ਡਾਰੂ ਆਪਣੇ ਕੰਤ ਵਿਛੁੰਨੀ ਲੁੱਛਾ ਤੜਫਾਂ ਤੇ ਲੁੱਛਾ ਕੂਕਾਂ ਕੂਕ ਕੁਰਲਾਈਆਂ ਆਇਆ ਪੋਹ ਦਾ ਮਹੀਨਾ ਰੋ ਰੋ ਭਿੱਜੇ ਨਹੀਂ ਪੋਛਣ ਪਾਲਾ ਬੰਦਾ ਏ ਹੱਡ ਹੁਣ ਜਿੰਦਾਂ ਸੁਸਕਦੀਆਂ ਪਈਆਂ ਕਿਹੜੇ ਦੇਸ ਗਿਓ ਏ ਛੱਡ ਕੇ ਹਾਏ ਕੱਲੀ ਆਪ ਕੀ ਪਿਆ ਕਰਨਾ ਕੋਈ ਸਾਥ ਨਾ ਪਈਆਂ ਪੋਹ ਦੀਆਂ ਬੀਤਨ ਨਾ ਰਾਤਾਂ ਲੰਮੀਆਂ ਪੰਧ ਪਹਾੜੀ ਚੰਦ ਸੰਨਾ ਤਾਰੇ ਡਰ ਡਰ ਉੜਦੀ ਹਾਂ ਪਈਆਂ ਸਈਆਂ ਸਦਨੇ ਆਈਆਂ ਚਾਲੀ ਲੋਹੀ ਵਿਖਾਈਏ ਗੰਨੇ ਵੇਖੀ ਚੱਲਦੇ ਠਾਠਾ ਗੋਲੀ ਦੀਆਂ ਠਈਆਂ ਪਾਲਾ ਮਾਰ ਮੁਕਾਈਏ ਪੋ ਨੂੰ ਖੋ ਕੇ ਭਜਾਈਏ ਫੂਕ ਕੇ ਸਾਰੇ ਚਰਖੇ ਨਿੱਘਾਂ ਮੋੜ ਲਿਆਈਏ ਪਰ ਹੈ ਕੰਤ ਤੇਰੇ ਬਿਨਾ ਸੁੰਨਾ ਵਿਹੜਾ ਤੇ ਖੇੜਾ ਦੇਸ ਹੋਇਆ ਬੇਗਾਨਾ ਵਿਛੜੀ ਵਿਲਪਦੀ ਹਾਂ ਪਈਆਂ ਹੇ ਕੰਤ ਪਿਆਰੇ ਕਦੇ ਉਧਰ ਉਦਾਸੀ ਦੱਸ ਪਈਆਂ ਨਾ ਪਈਆਂ ਚੜ ਪਿਆ ਮਾਗ ਮਹੀਨਾ ਚੜ ਪਿਆ ਚੜ ਪਿਆ ਮਾਘ ਮਹੀਨਾ ਸੁੱਕੇ ਨੈਣ ਨਾ ਸਾਡੇ ਬੱਦਲ ਪਰਿਆਂ ਦੇ ਵਾਂਗ ਅੱਖਾਂ ਪਰੀਆਂ ਹੀ ਰਹੀਆਂ ਚਾੜੇ ਪਾਲੇ ਨੇ ਖੰਭ ਨੇ ਰੁੱਤਾਂ ਨਾਵਣ ਦੀਆਂ ਆਈਆਂ ਬੇਲਾ ਬੂਟਿਆਂ ਦੀਆਂ ਅੱਖਾਂ ਹੁਣ ਤਾਂ ਪਰ ਪਰ ਆਈਆਂ ਐਪਰ ਹੋਇਆ ਵਿਛੋੜਾ ਸਾਡਾ ਅੱਖੀ ਨਾ ਭਰ ਕੇ ਨੈਣ ਸੁੱਕਦੇ ਨਾ ਸਾਡੇ ਰੋਂਦੀ ਭੁੱਖੀ ਮੈਂ ਪਈਆਂ ਸੁਖ ਸੁਖ ਹੋਈ ਤਾਂ ਤੀਲਾ ਆ ਕੇ ਵੇਖਾ ਕੰਤਾ ਤੇਰੇ ਬਾਜੋ ਵੇ ਪਿਆਰੇ ਹੁਣ ਤਾਂ ਮੁੱਕੀ ਹੀ ਪਈਆਂ ਆ ਕੇ ਵੇਖਾ ਬੂਟਾ ਛੱਡ ਗੁਲਾਬ ਕਿਉਂ ਵੇ ਰਹਿ ਗਈ ਸੁੱਕੀ ਏ ਡਾਲੀ ਸਾਰੀ ਚੰਬੀ ਮੈਂ ਪਈਆਂ ਫੁੱਲ ਸੋਹਣਾ ਫਿਰ ਰੁੱਤ ਪਈ ਸੁਹਾਵੀ ਪਹੁੰਚ ਬਸੰਤ ਪਿਆ ਵੇ ਆ ਗਿਆ ਫੱਗਣ ਮਹੀਨਾ
ਪੀਲੀ ਹੋਈ ਮੈਂ ਪਈਆਂ ਸਈਆਂ ਫਾਂਗ ਰਚਾਏ ਸਾਨੂੰ ਸੱਦਣੇ ਆਈਆਂ ਮੇਨੇ ਦਿੰਦੀਆਂ ਤਾਨੇ ਨਾਲੇ ਲਾਜ ਡਈਆਂ ਉੱਠ ਕੇ ਚੱਲ ਪੋ ਖਾ ਭੈਣੇ ਦੇਖਣ ਕਾ ਨਹੀਂ ਟੁਰ ਪੋ ਭਲਾ ਦਿਲ ਪਰ ਚੀਵੀ ਧਿਆਨ ਹੋਰ ਬੇ ਪਈਆਂ ਹਾਏ ਕੰਤ ਪਿਆਰੇ ਹਾਏ ਜਿੰਦ ਦੀ ਜਿੰਦੇ ਹਾਏ ਕਿੱਥੇ ਗਿਆ ਏ ਤੂੰ ਕੋਈ ਦੱਸ ਨਾ ਪਈਆਂ ਫੱਗਣ ਬੀਤਣ ਤੇ ਆਇਆ ਸਾਈਂ ਸੋਹਣਾ ਆਈ ਸਬਰ ਚੱਲਿਓ ਸਾਈਆਂ ਹੋਸ਼ ਚੱਲਿਓ ਸਾਈਆਂ ਤੇਰੇ ਮਗਰੇ ਹੀ ਢੂੰਡਣ 70 ਹੋਈ ਮੈਂ ਪਈਆਂ पीली होई मैं पईया फगन महीना ਭਾਈ ਵੀਰ ਸਿੰਘ ਜੀ ਦੀ ਮਹੱਤਵਪੂਰਨ ਰਚਨਾ ਨਾਵਲ ਸੁੰਦਰੀ। ਤੂੰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਤੂੰ ਆਖੇ ਤਾਂ ਮੈਂ ਤੇਰੇ ਨਾਲ ਚੱਲ ਕੇ ਤੇਰੇ ਸਹੁਰਿਆਂ ਘਰ ਤੇਰੇ ਪਤੀ ਕੋਲ ਤੇਰਾ ਵਸੇਬਾ ਕਰਵਾਉਂਦਾ। ਕਿਸ ਪਤੀ ਕੋਲ ਜਿਹੜਾ ਗਿੱਦੜਾ ਵਾਂਗ ਜਾਨ ਬਚਾ ਕੇ ਦੌੜ ਗਿਆ ਹੈ? ਸਤੀ ਸਤਵੰਤੀ ਨਾਰ ਨੂੰ ਜ਼ਾਲਮਾਂ ਦੇ ਪੰਜੇ ਚੋਂ ਛਡਾਉਣ ਲਈ ਮੌਤ ਦੇ ਡਰ ਤੋਂ ਕਾਇਰਾ ਵਾਂਗ ਨੱਸ ਗਿਆ ਹੈ। ਤੇ ਫਿਰ ਤੂੰ ਹੀ ਦੱਸ ਕੀ ਸੰਕਲਪ ਕੀਤਾ ਹੈ ਤੂੰ? ਵੀਰ ਜੀ ਮੈਂ ਉਹਨਾਂ ਨੂੰ ਨਹੀਂ ਤਿਆਗਿਆ, ਉਹਨਾਂ ਹੀ ਮੈਨੂੰ ਤਿਆਗਿਆ ਸੀ। ਮੇਰੀ ਰਾਖੀ ਕਰਨਾ ਉਹਨਾਂ ਦਾ ਫਰਜ਼ ਸੀ ਜਿਸ ਵੱਲੋਂ ਉਹ ਕੰਨੀ ਕਤਰਾ ਗਏ। ਤੁਸੀਂ ਮੈਨੂੰ ਆਗਿਆ ਕਰੋ ਤਾਂ ਕਿ ਮੈਂ ਆਪਣੇ ਵੀਰਾਂ ਵਿੱਚ ਤੁਹਾਡੇ ਪਾਸ ਰਹਿ ਕੇ ਖਾਲਸੇ ਦੀ ਸੇਵਾ ਕਰ ਸਕਾਂ। ਨਹੀਂ ਭੈਣ, ਇਹ ਸਭ ਕੁਝ ਤੇਰੇ ਵੱਸ ਦਾ ਨਹੀਂ। ਕਿਉਂ? ਮੇਰੇ ਵੱਸ ਦਾ ਕਿਉਂ ਨਹੀਂ? ਮੇਰੇ ਵੀਰ ਜਾਨਾਂ ਤਲੀ ਤੇ ਤਰੀ ਫਿਰਨ ਤੇ ਮੈਂ ਵੇਖਦੀ ਰਵਾਂ? ਮੈਂ ਖਾਲਸੇ ਲਈ ਲੰਗਰ ਦੀ ਸੇਵਾ, ਮਲਮ ਪੱਟੀ ਸਭ ਕੁਝ ਕਰ ਸਕਦੀ ਹਾਂ। ਸਾਡਾ ਜੀਵਨ ਬੜਾ ਖੁਰਦਰਾ ਤੇ ਮੁਸੀਬਤਾਂ ਭਰਿਆ ਏ। ਸੁਨਸਾਨ ਜੰਗਲ, ਕੰਡੇਦਾਰ ਝਾੜੀਆਂ, ਨੰਗੇ ਪੈਰਾਂ ਵਿੱਚ ਸੂਲਾਂ, ਇਹ ਸਭ ਕੁਝ ਤੂੰ ਕਿਵੇਂ ਬਰਦਾਸ਼ਤ ਕਰੇਂਗੀ? ਜਿਸ ਅਕਾਲ ਪੁਰਖ ਨੇ ਮੈਨੂੰ ਇਹ ਰਸਤਾ ਵਿਖਾਇਆ ਹੈ ਉਹ ਇਸ ਰਸਤੇ ਉੱਪਰ ਚੱਲਣ ਦੀ ਜਾਂਚ ਵੀ ਸਿਖਾ ਦੇਵੇਗਾ। ਸਾਡਾ ਰਸਤਾ ਜਿਹੜਾ ਤੂੰ ਚੁਣ ਰਹੀ ਹੈ ਮੌਤ ਤੋਂ ਰੇ ਖਤਮ ਨਹੀਂ ਹੁੰਦਾ। ਆਪਣੀ ਜਾਨ ਨੂੰ ਸਾਂਭਣਾ ਵੀ ਕਿਸ ਲਈ ਹੈ? ਉਹਨਾਂ ਅੰਗਾਂ ਸਾਕਾਂ ਦੇ ਲਈ ਜਿਨ੍ਹਾਂ ਦੇ ਸੱਚ ਨੂੰ ਪ੍ਰਤੱਖ ਵੇਖ ਕੇ ਆਈ ਆ। ਤੁਹਾਨੂੰ ਇਹੋ ਹੀ ਹੈ ਨਾ ਕਿ ਮੈਂ ਇਸਤਰੀ ਆ, ਮੁਸੀਬਤਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੀ। ਵੀਰ ਜੀ ਇਸਤਰੀ ਦਾ ਮਨ ਜੇ ਮੋਮ ਵਰਗਾ ਨਰਮ ਹੁੰਦਾ ਹੈ ਨਾ ਤਾਂ ਪੱਥਰ ਵਰਗਾ ਸਖਤ ਵੀ ਹੋ ਸਕਦਾ ਹੈ। ਜਦ ਧਰਮ ਦੀ ਪਾਣ ਇੱਕ ਵਾਰ ਔਰਤ ਦੇ ਮਨ ਉੱਪਰ ਚੜ ਜਾਏ, ਉੱਤੋਂ ਮਿਲ ਜੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ, ਤਾਂ ਫਿਰ ਔਰਤ ਦਾ ਰੂਪ ਕਿਸੇ ਚੰਡੀ ਤੋਂ ਘੱਟ ਨਹੀਂ ਹੁੰਦਾ। ਠੀਕ ਹੈ ਭੈਣ, ਚੱਲ ਮੇਰੇ ਨਾਲ। ਇੰਨੀ ਹੀ ਜਥੇਦਾਰ ਸਾਹਿਬ ਨਾਲ ਗੱਲ ਕਰਕੇ 5 ਸਿੰਘਾਂ ਨੂੰ ਇਕੱਠਾ ਕਰਕੇ ਤੈਨੂੰ ਅੰਮ੍ਰਿਤ ਛਕਾ ਦੇਵਾਂਗੇ। ਫਿਰ ਵੇਖਣਾ ਵੀਰ ਜੀ ਅੰਮ੍ਰਿਤ ਵਿਚਲੇ ਪਤਾਸਿਆਂ ਦੀ ਮਿਠਾਸ ਤੇ ਖੰਡੇ ਦੀ ਸ਼ਕਤੀ ਕਿਵੇਂ ਆਪਣਾ ਰੰਗ ਵਿਖਾਏਗੀ। ਹਾਂ, ਗੁਰੂ ਸਾਹਿਬ ਦੇ ਕਹੇ ਬੋਲ ਸਾਫ਼ ਤੇ ਸਪਸ਼ਟ ਰਾਹ ਦਰਸਾਉਂਦੇ ਨੇ। ਹਾਂ ਭੈਣ, ਜਦੋਂ ਸਾਰੇ ਹਿੱਲੇ ਮੁੱਕ ਜਾਣ ਤਾਂ ਤਲਵਾਰ ਦਾ ਹਿੱਲਾ ਹੀ ਕਰਨਾ ਪੈਂਦਾ ਹੈ। ਲਾ ਤੈਨੂੰ ਅੰਮ੍ਰਿਤ ਛਕਾ ਦੇ। ਬਈ ਅੱਜ ਕੱਲ ਇੱਕ ਸਿੰਘਣੀ ਸੁੰਦਰ ਕੌਰ ਦੀ ਬੜੀ ਚਰਚਾ ਹੈ। ਇਹ ਸੁੰਦਰ ਕੌਰ ਭਲਾ ਹੈ ਕੌਣ? ਓਏ ਉਹੀ ਸੁੰਦਰੀ ਜਿਹੜੀ ਸਾਡੇ ਖਾਨ ਸਾਹਿਬ ਨੂੰ ਪਾਣੀ ਲੈਣ ਲਈ ਭੇਜ ਕੇ ਫਰਾਰ ਹੋ ਗਈ ਸੀ। ਤੇ ਪਤਾ ਲੱਗਾ ਹੈ ਉਹ ਜ਼ਖਮੀ ਸ਼ੇਰਨੀ ਵਾਂਗ ਤੁਰੀ ਫਿਰਦੀ ਹੈ ਸਾਡੀ ਭਾਲ ਵਿੱਚ। ਤੇ ਖਾਨ ਸਾਹਿਬ ਨੇ ਉਸ ਦੀ ਭਾਲ ਦਾ ਜ਼ਿੰਮਾ ਸਾਨੂੰ ਸੌਂਪਿਆ ਹੈ। ਜੇ ਇੱਕ ਵਾਰ ਹੱਥ ਆ ਜਾਏ ਤਾਂ ਚੰਗਾ ਇਲਮ ਮਿਲ ਜਾਏਗਾ। ਜੇ ਅਸੀਂ ਉਸ ਦੇ ਹੱਥ ਆਗੇ ਫਿਰ ਹਾਂ, ਅਰੇ ਮੌਤ ਨਾ ਮਾਰੀ ਜਾ। ਉਹ ਔਰਤ, ਅਸੀਂ ਮਰਦ। ਜੇ ਉਹ ਫੜੀ ਜਾਊਗੀ ਨਾ ਤਾਂ ਉਸਦਾ ਧਰਮ ਬਦਲ ਕੇ ਮੁਸਲਮਾਨ ਬਣਾਤਾ ਜਾਊਗਾ। ਤੇ ਫਿਰ ਖਾਨ ਸਾਹਿਬ ਨਾਲ ਉਸਦਾ ਨਿਕਾਹ ਪੜਵਾਇਆ ਜਾਏਗਾ। ਬੜੀ ਗੱਲ ਬੰਦੀ ਨਹੀਂ ਹੈ। ਉਸ ਨੂੰ ਫੜਨਾ ਤਾਂ ਸ਼ੇਰ ਦੇ ਨੋਹਾਂ ਚੋਂ ਮਾਸ ਕੱਢਣ ਵਾਲੀ ਗੱਲ ਹੋਵੇਗੀ। ਉਹ ਕਿਵੇਂ? ਸਾਨੂੰ ਤਾਂ ਅੱਜ ਤੱਕ ਪਤਾ ਲੱਗਾ ਸੀ ਕਿ ਉਹ ਤਾਂ ਖਾਨ ਸਾਹਿਬ ਦੀ ਕੈਦ ਤੋਂ ਫਰਾਰ ਹੋਈ ਨਹੀਂ ਸੀ, ਬਲਕਿ ਉਸਦਾ ਵੀਰ ਬਲਵੰਤ ਉਸ ਨੂੰ ਬਚਾ ਕੇ ਲੈ ਕੇ ਗਿਆ ਸੀ। ਇਹ ਬਲਵੰਤ ਸਿੰਘ ਕੌਣ ਹੈ? ਓਏ ਉਹ ਤਾਂ ਕਾਫਿਰ ਹੈ ਜਿਹੜਾ ਨਾਦਰ ਦੇ ਮਗਰ ਹੰਨੇ ਕਰਨ ਵਾਲੇ ਸਿੱਖਾਂ 'ਚ ਵੱਡਾ ਦਲੇਰ ਮੰਨਿਆ ਗਿਆ ਸੀ, ਜਿਸਨੇ ਸਾਡੇ ਮਹਾਨ ਯੋਧਾ ਰੁਸਤਮ ਖਾਨ ਨੂੰ ਪਹਿਲੇ ਵਾਰ ਵਿੱਚ ਮਾਰ ਮੁਕਾਇਆ ਸੀ। ਇਹ ਗੱਲ ਹੈ ਤਾਂ ਲੱਭ ਨਹੀਂ ਤੂੰ ਸਿੰਘਣੀ ਸੁੰਦਰ ਕੌਰ ਨੂੰ ਤੇ ਲੈ ਲਈ ਖਾਨ ਸਾਹਿਬ ਕੋਲੋਂ ਨਾਮ। ਮੈਂ ਤਾਂ ਚੱਲਿਆ ਕੋਈ ਦਿਨ ਛੁੱਟੀ ਤੇ ਆਪਣੀ ਸ਼ਬੀਨਾ ਕੋਲ। ਉਹ ਜੀਤਾ ਮੇਰਾ ਵੀ ਬੜਾ ਕਰਦਾ ਵੈ ਸ਼ਬੀਨਾ ਨੂੰ ਬੁੱਕਲ 'ਚ ਛੁਪਾ ਲਵਾਂ, ਪਰ ਕੀ ਕਰਾਂ ਖਾਨ ਸਾਹਿਬ ਨੇ ਛੁੱਟੀ ਤਾਂ ਦੇਣੀ ਹੋ ਨਹੀਂ। ਓਏ ਚੱਲ ਚੱਲੀਏ, ਛੁੱਟੀ ਮੰਗਣ ਵਿੱਚ ਕੀ ਹਰਜ ਹੈ?
ਉਦਾਸ ਬੈਠੇ ਹੋ? ਮੈਂ ਤਾਂ ਉਦਾਸ ਹਾਂ ਹੀ, ਪਰ ਬੀਬੀ ਖੁਸ਼ ਤੂੰ ਵੀ ਨਹੀਂ ਦਿਸਦੀ। ਮੈਂ ਤਾਂ ਉਦਾਸ ਇਸ ਕਰਕੇ ਆ ਕਿ ਮੇਰੇ ਕਬੀਲੇ ਵਾਲਿਆਂ ਕੋਲ ਰਾਸ਼ਨ ਪਾਣੀ ਖਤਮ ਹੋ ਗਿਆ ਹੈ ਤੇ ਮੇਰੀ ਇਸ ਹੀਰੇ ਦੀ ਮੁੰਦਰੀ ਦਾ ਕੋਈ ਗਾਹਕ ਸਾਰੇ ਇਲਾਕੇ ਵਿੱਚ ਨਹੀਂ ਮਿਲਿਆ, ਜਿਸ ਨੂੰ ਵੇਚ ਕੇ ਮੈਂ ਰਸ਼ਤ ਪਾਣੀ ਦਾ ਪ੍ਰਬੰਧ ਕਰਨ ਲਈ ਨਿਕਲੀ ਆ। ਲਿਆ ਮੈਨੂੰ ਮੁੰਦਰੀ ਵਿਖਾ। ਮੁੰਦਰੀ ਤਾਂ ਬਹੁਤ ਕੀਮਤੀ ਹੈ, ਪਰ ਬੀਬੀ ਇਸ ਵਕਤ ਮੈਂ ਵੀ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ। ਮੈਂ ਤਾਂ ਤੁਹਾਨੂੰ ਆਪਣੀ ਸਮੱਸਿਆ ਸੁਣਾ ਦਿੱਤੀ, ਪਰ ਤੁਸੀਂ ਆਪਣੀ ਉਦਾਸੀ ਦਾ ਕਾਰਨ ਨਹੀਂ ਦੱਸਿਆ। ਮੈਨੂੰ ਆਪਣੀ ਉਦਾਸੀ ਦਾ ਪੂਰਾ ਹਾਲ ਸੁਣਾਓ। ਕੀ ਦੱਸਾਂ ਬੀਬੀ, ਇੱਥੋਂ 18-20 ਕੋਹ ਦੀ ਵਿੱਚ ਤੇ ਇੱਕ ਮੁਸਲਕਾ ਪਿੰਡ ਆ। ਉੱਥੇ ਕੁਝ ਕੁ ਘਰ ਹਿੰਦੂਆਂ ਦੇ ਵੀ ਨੇ। ਇੱਕ ਦਿਨ ਮੇਰੀ ਪਤਨੀ ਕੋਠੇ ਉੱਪਰ ਚੜ ਕੇ ਆਪਣੇ ਬਾਲ ਸੁਕਾ ਰਹੀ ਸੀ ਕਿ ਇੱਕ ਮੁਸਲ ਹਾਕਮ ਦੀ ਨਿਗਾਹ ਉਸ ਉੱਪਰ ਪੈ ਗਈ। ਸਾਡਾ ਖਾਨਦਾਨ ਬਹੁਤ ਧਨਵਾਨ ਹੈ। ਉਹ ਸਾਡਾ ਸਾਰਾ ਧਨ ਲੁੱਟ ਕੇ ਲੈ ਗਏ ਤੇ ਮੇਰੀ ਵੋਟੀ ਨੂੰ ਵੀ ਖੋ ਕੇ ਲੈ ਗਏ। ਤੇ ਤੁਸੀਂ ਨੀਵੀਆਂ ਪਾਈ ਵੇਖਦੇ ਰਹੇ? ਮੈਂ ਉਹਨਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਨਿਹੱਥਾ ਸਾਂ, ਮੈਂ ਉਹਨਾਂ ਦਾ ਕੁਝ ਨਾ ਵਿਗਾੜ ਸਕਿਆ। ਮੈਂ ਆਪਣੀ ਪਤਨੀ ਦੇ ਵਿਯੋਗ ਵਿੱਚ ਦਰ-ਦਰ ਦੀਆਂ ਠੋਕਰਾਂ ਖਾ ਰਿਹਾ। ਠੋਕਰਾਂ ਕਿਉਂ ਖਾ ਰਹੇ ਹੋ? ਕਿਤੇ ਹੋਰ ਵਿਆਹ ਕਰਵਾ ਲੈਣਾ ਸੀ। ਮੈਂ ਮਜਬੂਰ ਸਾਂ ਕਿ ਉਹਨਾਂ ਜਰਵਾਨਿਆਂ ਤੋਂ ਆਪਣੀ ਪਤਨੀ ਨੂੰ ਛੁਡਾ ਨਾ ਸਕਿਆ। ਪਰ ਬੀਬੀ, ਵਿਆਹ ਤਾਂ ਇੱਕ ਵਾਰ ਹੁੰਦਾ ਹੈ, ਬਾਰ-ਬਾਰ ਨਹੀਂ। ਜੇਕਰ ਇਹ ਗੱਲ ਹੈ ਵੀਰ, ਤਾਂ ਸਮਝ ਲੈ ਤੇਰੇ ਕਸ਼ਟਾਂ ਦਾ ਨਿਵਾਰਨ ਹੋ ਗਿਆ। ਤੇਰੀ ਘਰਵਾਲੀ ਨੂੰ ਮੈਂ ਉਸ ਕੋਲੋਂ ਛੁਡਵਾ ਕੇ ਲਿਆਵਾਂਗੀ। ਤੂੰ ਇਕੱਲੀ ਨਿਰਬਲ ਔਰਤ? ਮੈਂ ਇਕੱਲੀ ਜ਼ਰੂਰ ਹਾਂ, ਪਰ ਨਿਰਬਲ ਨਹੀਂ। ਮੇਰੇ ਨਾਲ ਮੇਰੇ ਬਹਾਦਰ ਯੋਧੇ ਵੀਰ ਨੇ, ਮੇਰਾ ਗੁਰੂ, ਮੇਰੇ ਅੰਗ ਸੰਗ ਹੈ। ਬੀਬੀ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਕੌਣ ਹੈ ਤੂੰ? ਤੂੰ ਤੇਰੇ ਵੀਰ ਉਹਨਾਂ ਤੁਰਕਾਂ ਦਾ ਕਿਵੇਂ ਮੁਕਾਬਲਾ ਕਰਨਗੇ? ਸੱਚ ਦੱਸ, ਕੌਣ ਹੈ ਤੂੰ? ਤੇਰੇ ਵੀਰ ਕੌਣ ਨੇ? ਤੇਰਾ ਗੁਰੂ ਕੌਣ ਹੈ? ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਤੇ ਉਸ ਦੇ ਸਜਾਏ ਖਾਲਸੇ ਦੀ ਭੈਣ ਸੁੰਦਰ ਕੌਰ। ਚਲੋ ਮੇਰੇ ਨਾਲ। ਮੈਂ ਸਭ ਤੋਂ ਪਹਿਲਾਂ ਤੇਰੀ ਘਰਵਾਲੀ ਨੂੰ ਉਸ ਹਾਕਮ ਦੇ ਚੁੰਗਲ ਵਿੱਚੋਂ ਛੁਡਵਾ ਕੇ ਲਿਆਵਾਂਗੀ। ਬੋਲੇ ਸੋਨਹਾਰ, ਸਤਿ ਸ੍ਰੀ ਅਕਾਲ। ਮੈਂ ਤੈਨੂੰ ਆਖਰੀ ਵਾਰ ਕਹਿ ਰਿਹਾ, ਕਲਮਾ ਪੜ੍ਹ ਤੇ ਮੁਸਲਮਾਨ ਹੋ ਜਾ ਤੇ ਮੇਰੇ ਨਾਲ ਨਿਕਾਹ ਕਰਵਾ ਲੈ। ਮੈਂ ਤੈਨੂੰ ਆਪਣੀ ਬੇਗਮ ਬਣਾ ਕੇ ਤੇਰੀ ਜ਼ਿੰਦਗੀ ਨੂੰ ਬਹਿਸ਼ਤ ਬਣਾ ਦਿਆਂਗਾ, ਬਹਿਸ਼ਤ। ਮੈਂ ਆਪਣੇ ਪ੍ਰਾਣ ਤਿਆਗ ਸਕਦੀ ਹਾਂ, ਪਰ ਆਪਣਾ ਧਰਮ ਨਹੀਂ। ਅੱਜ ਤੇਰੀ ਕੈਦ ਵਿੱਚ ਮੈਨੂੰ 4 ਦਿਨ ਹੋ ਗਏ ਨੇ, ਪਰ ਤੇਰੇ ਭੇਜੇ ਖਾਣੇ ਤੱਕ ਹੀ। ਮੈਂ ਤੇਰਾ ਭੇਜਿਆ ਪਾਣੀ ਤੱਕ ਨਹੀਂ ਪੀਤਾ। ਇਹ ਕੈਦ ਖਾਨੇ 'ਚ ਜੋ ਤੇਰੇ ਵਾਸਤੇ ਅੰਨ ਪਾਣੀ ਲੈ ਕੇ ਆਉਂਦੀਆਂ ਸਨ, ਉਹ ਵੀ ਪਹਿਲਾਂ ਇਹੀ ਕਹਿੰਦੀਆਂ ਸੀ, ਪਰ ਬਾਅਦ 'ਚ ਉਹਨਾਂ ਨੇ ਆਪਣਾ ਧਰਮ ਬਦਲਣਾ ਕਬੂਲ ਕਰ ਲਿਆ ਸੀ। ਨਾ ਉਹਨਾਂ ਦਾ ਧਰਮ ਬਚਾਉਣ ਕੋਈ ਆਇਆ ਸੀ ਤੇ ਨਾ ਕੋਈ ਤੇਰਾ। ਜਿਸ ਦੇ ਧਰਮ ਦੀ ਰਾਖੀ ਕਲਗੀਆਂ ਵਾਲੇ ਨੇ ਕਰਨੀ ਹੋਵੇ, ਤੇਰੇ ਵਰਗੇ ਦੁਸ਼ਟ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਕੌਣ ਹੈ ਤੂੰ? ਤੈਨੂੰ ਕਦੇ ਵੇਖਿਆ ਲੱਗਦਾ? ਮੈਂ ਉਹੀ ਆ ਜਿਸ ਦਾ ਤੂੰ ਡੋਲਾ ਲੁੱਟ ਕੇ ਲੈ ਗਿਆ ਸੀ, ਜੋ ਕਦੇ ਤੇਰੀ ਕੈਦ ਵਿੱਚ ਸੀ। ਪਰ ਵੇ ਉਸ ਅਕਾਲ ਪੁਰਖ ਦਾ ਭਾਣਾ, ਤੂੰ ਅੱਜ ਮੇਰੀ ਕੈਦ ਵਿੱਚ ਹੈ। ਕੌਣ? ਸੁੰਦਰੀ? ਸੁੰਦਰ ਕੌਰ ਆ ਪਾਪੀਆ। ਸੁੰਦਰ ਕੌਰ ਅੰਮ੍ਰਿਤ ਚੋਂ ਜਨਮੀ, ਖਾਲਸੇ ਦੀ ਬੇਟੀ, ਅਬਲਾਵਾਂ ਦੀ ਹਮਦਰਦ, ਕਮਜ਼ੋਰਾਂ ਦੀ ਸਾਥੀ ਤੇ ਤੇਰੇ ਵਰਗੇ ਜ਼ਾਲਮਾਂ ਦੀ ਦੁਸ਼ਮਣ ਸੁੰਦਰ ਕੌਰ। ਸੁੰਦਰ ਕੌਰ ਜੀ, ਸ਼ੁਕਰ ਹੈ ਅੱਲਾ ਦਾ, ਤੁਹਾਡੇ ਦਰਸ਼ਨ ਦੀਦਾਰ ਹੋ ਗਏ। ਮੈਂ ਤੇ ਆਪ ਹੀ ਤੁਹਾਡੀ ਸ਼ਰਨ 'ਚ ਆ ਰਿਹਾ ਸੀ ਜੀ। ਜਦੋਂ ਮੌਤ ਸਾਹਮਣੇ ਖੜੀ ਨਜ਼ਰ ਆਵੇ ਤਾਂ ਵੱਡੇ ਤੋਂ ਵੱਡੇ ਝੂਠ ਬੋਲਣ ਲਈ ਮਜਬੂਰ ਹੋ ਜਾਂਦੇ ਨੇ। ਤੂੰ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਝੂਠ ਦੀ ਪੰਡ ਹੈ। ਨਹੀਂ ਸੁੰਦਰ ਕੌਰ ਜੀ, ਮੇਰਾ ਯਕੀਨ ਕਰੋ। ਮੈਂ ਸੋਚਿਆ ਕਿ ਜੇਕਰ ਅੰਮ੍ਰਿਤ ਛਕ ਕੇ ਹਨਮਾਨੀ ਦੀ ਔਰਤ ਸ਼ੇਰਨੀ ਬਣ ਸਕਦੀ ਹੈ ਤੇ ਫਿਰ ਸਿੰਘਾਂ ਦੇ ਅੰਮ੍ਰਿਤ 'ਚ ਕਿੰਨੀ ਸ਼ਕਤੀ ਹੋਏਗੀ ਨਾ। ਮੈਂ ਵੀ ਨਾ ਅੰਮ੍ਰਿਤ ਛਕ ਕੇ ਸਿੰਘ ਬਣਨ ਦੀ ਬੜੀ ਸੋਚੀ ਹੈ ਜੀ। ਖਬਰਦਾਰ! ਜੇਕਰ ਆਪਣੀ ਗੰਦੀ ਜ਼ੁਬਾਨ ਤੋਂ ਕਬਰ ਦਾ ਇੱਕ ਹੋਰ ਵੀ ਲਫ਼ਜ਼ ਬਾਹਰ ਕੱਢਿਆ, ਤੂੰ ਇਸ ਧਰਤੀ ਤੇ ਪਾਰ ਹੈ। ਤੇਰੇ ਵਰਗੇ ਦਰਿੰਦਿਆਂ ਨੂੰ ਜਿੰਨੀ ਛੇਤੀ ਹੋਵੇ ਖਤਮ ਕਰਨਾ ਹੀ ਸਾਡਾ ਫਰਜ਼ ਹੈ। ਨਹੀਂ ਸੁੰਦਰ ਕੌਰ ਜੀ, ਮੈਨੂੰ ਮਾਫ ਕਰ ਦਿਓ। ਤੁਹਾਨੂੰ ਤੁਹਾਡੇ ਗੁਰੂ ਦੀ ਸੌਣ। ਦੇਖੋ, ਮੈਂ ਇਸ ਵੇਲੇ ਬਿਲਕੁਲ ਨਿਹੱਥਾ ਆ ਤੇ ਤੁਹਾਡੇ ਗੁਰੂ ਨੇ ਨਿਹੱਥੇ ਤੇ ਵਾਰ ਕਰਨ ਤੋਂ ਮਨਾ ਕੀਤਾ ਹੋਇਆ ਹੈ ਨਾ। ਅੱਜ ਤਾਂ ਤੂੰ ਮੇਰੇ ਹੱਥੋਂ ਮੇਰੇ ਗੁਰੂ ਦਾ ਵਾਸਤਾ ਪਾ ਕੇ ਜਾਨ ਬਚਾ ਲਈ ਹੈ।
ਪਰ ਯਾਦ ਰੱਖੀ ਅੱਜ ਤੋਂ ਬਾਅਦ ਕਿਸੇ ਤੇ ਜ਼ੁਲਮ ਕੀਤਾ ਜਾਂ ਕਿਸੇ ਔਰਤ ਵੱਲ ਮੈਲੀ ਅੱਖ ਕਰਕੇ ਵੇਖਿਆ ਤਾਂ ਤੇਰੀ ਇਸ ਸ਼੍ਰੀ ਸਾਹਿਬ ਨਾਲ ਬੋਟੀ ਬੋਟੀ ਕਰਕੇ ਕਾਵਾ ਕੁੱਤਿਆਂ ਨੂੰ ਪਾ ਦੇਵਾਂਗੀ। ਚੱਲ ਮੇਰੀਏ ਭੈਣੇ। ਪੋਟੀ ਪੋਟੀ ਕਰ ਦਿਆਂਗੀ, ਵੱਡੀ ਬਹਾਦਰ ਸਿੰਘ ਨਹੀਂ ਦੇਖਾਂਗੇ ਤੈਨੂੰ ਵੀ ਤੇ ਤੇਰੀ ਇਸ ਸ੍ਰੀ ਸਾਹਿਬ ਨੂੰ ਵੀ। ਪਰ ਇਹ ਮੇਰੇ ਸਿਪਾਹੀ ਕਿੱਥੇ ਮਰ ਗਏ? ਐ ਸਿਪਾਹੀਓ ਜੀ ਕਿੱਥੇ ਮਰ ਗਏ ਸੀ? ਮਰਨੋਂ ਹੀ ਤਾਂ ਬਚੇ ਆ ਸਰਕਾਰ। ਕੀ ਬਕਵਾਸ ਕਰਦੇ ਹੋ? ਸਰਕਾਰ ਤੁਸੀਂ ਤਾਂ ਅੰਦਰ ਸੀ, ਅਸੀਂ ਤਾਂ ਦੂਰੋਂ ਧੂੜ ਉੜਦੀ ਵੇਖੀ ਤੇ ਸਮਝ ਗਏ ਸੀ ਕਿ ਸਿੱਖ ਆਏ ਨੇ। ਗੌਰ ਨਾਲ ਵੇਖਿਆ ਤਾਂ ਸਿੰਗੜੀ ਸੁੰਦਰ ਕੌਰ ਇੱਧਰ ਵਧੀਆ ਆ ਰਹੀ ਸੀ। ਉਹਦਾ ਸਿੰਗੜੀ ਵਾਲਾ ਇਹ ਰੂਪ ਵੇਖ ਕੇ ਸਾਡੇ ਤਾਂ ਸਾਹ ਸੱਤ ਜਾਂਦੇ ਰਹੇ। ਸਾਡੇ ਕੋਲ ਤੇ ਇੰਨੀ ਸਾਥੀ ਨਹੀਂ ਰਹੀ ਕਿ ਤੁਹਾਨੂੰ ਇਤਲਾਹ ਵੀ ਕਰ ਦਈਏ। ਲੋਕ ਤਾਂ ਕਿਸੇ ਦੇ ਔੜ ਦੀ ਉਡੀਕ ਕਰਦੇ ਨੇ ਤੇ ਅਸੀਂ ਝਾੜੀਆਂ ਦੇ ਲੋਕੀ ਉਹਦੀ ਜਾਨ ਦੀ ਉਡੀਕ ਕਰਨ ਲੱਗੇ। ਬਸ ਉਹ ਜਦੋਂ ਵਾਪਸ ਗਈ ਹੈ ਅਸੀਂ ਆਪ ਜੀ ਦੀ ਖਿਦਮਤ ਲਈ ਹਾਜ਼ਰ ਹੋ ਗਏ ਹਾਂ। ਬਕਵਾਸ ਕਰਦੇ ਹੋ ਤੁਸੀਂ, ਤੁਹਾਡੇ ਹੱਡਾਂ 'ਚ ਆਰਾਮ ਪੈ ਗਿਆ। ਮੈਂ ਅੱਜ ਹੀ ਸੂਬੇਦਾਰ ਨੂੰ ਕਹਿ ਕੇ ਤੁਹਾਨੂੰ ਨੌਕਰੀ ਤੋਂ ਕਢਵਾ ਦਿਆਂਗਾ। ਨਹੀਂ ਹਜ਼ੂਰ, ਇਹ ਨਾ ਕਰੋ, ਇੱਕ ਮੌਕਾ ਹੋਰ ਦੇ ਦਿਓ। ਅਸੀਂ ਕਸਮ ਖਾਨੇ ਅੱਲਾਹ ਪਾਕ ਦੀ ਸਵਾਲ ਜਾਂ ਮਰ ਜਾਵਾਂਗੇ ਜਾਂ ਉਸ ਨੂੰ ਮਾਰ ਦਿਆਂਗੇ। ਅੱਛਾ, ਤਾਂ ਫਿਰ ਆਖਰੀ ਮੌਕਾ ਹੈ ਤੁਹਾਡੇ ਲਈ। ਤੁਸੀਂ ਹਰ ਪਲ ਮੇਰੇ ਨਾਲ ਰਹਿਣਾ ਹੈ ਸਾਇਦੇ ਵਾਂਗੂ ਤੇ ਉਸ ਸੁੰਦਰੀ ਨੂੰ ਪਕੜ ਕੇ ਮੇਰੀ ਬੇਗਮ ਬਣਾਉਣਾ ਹੈ ਜਾਂ ਫਿਰ ਕਤਲ ਕਰ ਦੇਣਾ। ਜੀ ਹਜ਼ੂਰ। ਮੇਰੇ ਨਾਲ ਚੱਲੋ, ਲੁਕ ਛਿਪ ਕੇ ਉਸ ਸੁੰਦਰੀ ਨੂੰ ਤਲਾਸ਼ ਕਰੀਏ ਤੇ ਖਤਮ ਕਰ ਦਈਏ। ਆ ਜਾਓ ਮੇਰੇ ਪਿੱਛੇ। ਭੈਣ, ਤੇਰੀ ਖਾਲਸੇ ਪ੍ਰਤੀ ਸੇਵਾ, ਸ਼ਰਧਾ ਤੇ ਜ਼ਾਲਮਾਂ ਪ੍ਰਤੀ ਦਲੇਰੀ ਦੇ ਚਰਚੇ ਹੁਣ ਸਾਰਿਆਂ ਦੀ ਜ਼ੁਬਾਨ ਤੇ ਨੇ। ਸੁਣਿਆ ਏ ਮੁਗਲਾਂ ਨੇ ਤੇਰੀ ਕੈਦ ਲਈ ਤਰ੍ਹਾਂ ਤਰ੍ਹਾਂ ਦੇ ਜਾਲ ਬਣ ਰੱਖੇ ਨੇ, ਇਸ ਲਈ ਕੱਲੀ ਤੋਂ ਕੱਲੀ ਬਾਹਰ ਨਾ ਨਿਕਲਿਆ ਕਰ। ਇੱਕ ਦੋ ਸਿੰਘਾਂ ਨੂੰ ਨਾਲ ਰੱਖਿਆ ਕਰ। ਤੁਸੀਂ ਫਿਕਰ ਨਾ ਕਰੋ ਵੀਰ ਜੀ, ਹੁਣ ਮੈਨੂੰ ਕੈਦ ਕਰਨਾ ਤੁਰਕਾਂ ਦੇ ਵੱਸ ਦੀ ਗੱਲ ਨਹੀਂ। ਜੇ ਕਦੀ ਇਹ ਜਹਾਂ ਵੇਲਾ ਆ ਵੀ ਗਿਆ, ਮੈਂ ਆਪਣੇ ਧਰਮ ਤੇ ਆਨ ਦੀ ਖਾਤਰ ਸ਼ਹੀਦ ਹੋ ਜਾਵਾਂਗੀ, ਕੈਦ ਨਹੀਂ। ਠੀਕ ਹੈ ਭੈਣ, ਮੈਂ ਚੱਲਦਾ। ਜਥੇਦਾਰ ਸਾਹਿਬ ਦੇ ਹੁਕਮ ਮੁਤਾਬਕ ਕੁਝ ਘੋੜਿਆਂ ਦਾ ਪ੍ਰਬੰਧ ਵੀ ਕਰਨਾ ਹੈ। ਰਿਠਾੜ ਪਿੰਡ ਦੇ ਚੌਧਰੀ ਦੇ ਅਸਤਬਲ ਵਿੱਚ ਬਹੁਤ ਵਧੀਆ ਨਸਲ ਦੇ ਘੋੜੇ ਆਏ ਨੇ, ਜੋ ਉਹ ਅਗਲੇ ਹਫਤੇ ਸੂਬੇਦਾਰ ਨੂੰ ਭੇਟ ਕਰਨ ਜਾ ਰਿਹਾ। ਉਸ ਤੋਂ ਪਹਿਲਾਂ ਹੀ ਅਸੀਂ ਇਹ ਘੋੜੇ ਖੋਲ ਲਿਆਵਾਂਗੇ। ਚੰਗਾ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੀ ਆ? ਕੋਈ ਮੁਗਲ ਸਪਾਈ ਲੱਗਦਾ ਹੈ। ਲੱਗਦਾ ਵੀ ਜ਼ਖਮੀ ਆ। ਚਲੋ ਜੋ ਵੀ ਆ, ਰੱਬ ਦਾ ਬੰਦਾ ਹੈ, ਮੈਨੂੰ ਇਸ ਵਕਤ ਇਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਵੀਰਾ, ਵੀਰਾ ਕੌਣ ਹੈ ਤੂੰ? ਕੀ ਹੋਇਆ ਤੈਨੂੰ? ਕੀ ਦੱਸਾਂ ਬੀਬੀ, ਮੈਂ ਮੁਗਲਾਂ ਦਾ ਸਿਪਾਹੀ ਹਾਂ। ਉਹਨਾਂ ਮੇਰਾ ਜਿੰਮਾ ਸਿੰਗੜੀ ਸੁੰਦਰ ਕੌਰ ਨੂੰ ਫੜਨ ਲਈ ਲਾਇਆ ਸੀ, ਪਰ ਮੈਂ ਡਰਦਿਆਂ ਇਨਕਾਰ ਕਰ ਦਿੱਤਾ ਤੇ ਉਹਨਾਂ ਮੇਰੇ ਹੱਡ ਗੋਡੇ ਭੰਨ ਕੇ ਇੱਥੇ ਸੁੱਟ ਦਿੱਤਾ। ਇਸ ਵਕਤ ਮੈਂ ਤੇਰੀ ਹੋਰ ਤਾਂ ਕੋਈ ਮਦਦ ਨਹੀਂ ਕਰ ਸਕਦੀ, ਪਰ ਲਿਆ ਤੇਰਾ ਗੋਡਾ ਬੰਨ ਦਿੰਨੀ ਆ, ਤੂੰ ਤੁਰਨ ਫਿਰਨ ਜੋਗਾ ਹੋ ਜਾਵੇਂਗਾ। ਸੁੰਦਰੀ ਨੂੰ ਸਾਡੇ ਗੁਰੂ ਨੇ ਸੱਚ ਹੀ ਕਿਹਾ ਸੀ, ਇਹਨਾਂ ਤੁਰਕਾਂ ਤੇ ਯਕੀਨ ਨਹੀਂ ਕਰਨਾ। ਭਾਵੇਂ ਬਾਹ ਨੂੰ ਤੇਲ ਲਾ ਕੇ ਤਿਲਾਂ ਵਾਲੀ ਬੋਰੀ ਵਿੱਚ ਪਾ ਕੇ ਬਾਹ ਉੱਤੇ ਲੱਗੇ ਤਿਲਾਂ ਜਿੰਨੀਆਂ ਸੋਹਾਂ ਵੀ ਕਿਉਂ ਨਾ ਖਾ ਜਾਣ। ਹੈ ਸੱਚੇ ਪਾਤਸ਼ਾਹ, ਮੈਨੂੰ ਮਾਫ ਕਰ ਦੇਈਂ, ਇਹਨਾਂ ਤੇ ਯਕੀਨ ਕਰਕੇ ਮੇਥੋਂ ਭੁੱਲ ਹੋ ਗਈ। ਅਸੀਂ ਤੇਰੀ ਭੁੱਲ ਬਖਸ਼ਾ ਦਿੰਨੇ ਆ। ਹੁਣ ਵੀ ਮੌਕਾ ਤੇਰੇ ਕੋਲ, ਮੁਸਲਮਾਨ ਹੋ ਜਾ ਤੇ ਮੇਰੇ ਨਾਲ ਨਿਕਾਹ ਕਰਵਾ ਲੈ। ਓਏ ਦੁਸ਼ਟਾ, ਮੈਂ ਸ਼ਹੀਦ ਹੋ ਜਾਵਾਂਗੀ ਪਰ ਆਪਣਾ ਧਰਮ ਆਖਰੀ ਸਾਹਾਂ ਤੱਕ ਨਿਭਾਵਾਂਗੀ। ਓਏ ਸਿਪਾਹੀਓ, ਇਸ ਤੋਂ ਪਹਿਲਾਂ ਕਿ ਸਿੰਘ ਆ ਜਾਣ, ਖਤਮ ਕਰ ਦੇ ਸੁੰਦਰੀ ਨੂੰ। ਮੈਨੂੰ ਮਾਰਨਾ ਇੰਨਾ ਸੌਖਾ ਵੀ ਨਹੀਂ ਹੈ ਜ਼ਾਲਮਾ। ਖਤਮ ਕਰ ਦਿੱਤਾ ਸੀ ਉਸ ਸੁੰਦਰੀ ਨੂੰ, ਖਤਮ ਕਰ ਦਿੱਤਾ ਹੈ ਵੱਡੀ ਬਹਾਦਰ ਸਿੰਘਣੀ ਨੂੰ, ਖਤਮ ਕਰ ਦਿੱਤਾ, ਖਤਮ ਕਰ ਦਿੱਤਾ, ਖਤਮ ਕਰ ਦਿੱਤਾ। ਕੌਣ ਕਹਿੰਦਾ ਹੈ ਸੁੰਦਰ ਕੌਰ ਖਤਮ ਹੋ ਗਈ? ਨਹੀਂ, ਸੁੰਦਰ ਕੌਰ ਖਤਮ ਨਹੀਂ ਹੋਈ ਜਦ ਤੱਕ ਗੁਰੂ ਸਾਹਿਬ ਦੀ ਦਿੱਤੀ ਹੋਈ ਦਾਤ ਤੇ ਸ੍ਰੀ ਸਾਹਿਬ ਕਾਇਮ ਹੈ। ਸੁੰਦਰ ਕੌਰ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸੁੰਦਰ ਕੌਰ ਮਰੀ ਨਹੀਂ,
शहीद हुई है। ते जो लोग शहीद हुंदे ने वो कदी नहीं मरते, अमर हुंदे ने, अमर। कल एक सुंदरी जुल्म नाल टक्कर लैण दी खातर सुंदर कौर बनी सी ते आउण वाले समय दे विच ਲੱਖਾਂ सुंदरियां सुंदर कौर बन गई ते गुरु साहब दी दित्ती हुई अमृत दी दात कदी खत्म नहीं हो सकती, कदी खत्म नहीं हो सकती, कदी खत्म नहीं हो सकती। सुपने विच तुसी मेरा साडी कुदी रोटी कमाई चढ़ना ते सिलसिला साडे मत्थे शुक्र पाई तुसी के सिंकिया साडी कोशिश लगाई ना फटे फूट तोड़े उड़ा जाता पर अपनी दुश्मन ਆਪ ਜੀ ਨੂੰ 1948 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰੇਟ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ ਗਈ। ਆਪ ਜੀ ਨੂੰ 1952 ਈਸਵੀ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪ੍ਰੀਸ਼ਦ ਦਾ ਮੈਂਬਰ ਚੁਣਿਆ। 1955 ਈਸਵੀ ਵਿੱਚ ਆਪ ਜੀ ਦੀ ਪੁਸਤਕ ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਵੱਲੋਂ ਅਵਾਰਡ ਵੀ ਮਿਲਿਆ। 1956 ਵਿੱਚ ਭਾਰਤ ਸਰਕਾਰ ਨੇ ਆਪ ਜੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 65 ਤੋਂ 70 ਸਾਲ ਸਾਹਿਤ ਦੀ ਸੇਵਾ ਕਰਨ ਮਗਰੋਂ ਆਪ ਜੀ 13 ਜੂਨ 1957 ਈਸਵੀ ਵਿੱਚ ਸਵਰਗਸਥ ਹੋ ਗਏ। कभी कदाई इस धरती पे खुशी कभी कदाई इस धरती पे खुशी कभी I'll